And now, news takeaway. ਕਨੈਕਟ FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਨਿਊਜ਼ ਟੇਕ ਅਵੇ ਸੈਗਮੈਂਟ ਦੀ ਹੁਣ ਸ਼ੁਰੂਆਤ ਆਪਾਂ ਕਰ ਰਹੇ ਹਾਂ। ਵੈਸੇ ਬੜੇ ਖੂਬਸੂਰਤ ਦਿਨ ਦਾ ਆਗਾਜ਼ ਹੋਇਆ। ਜਿਹੜਾ ਅੱਜ ਕੱਲ੍ਹ ਮੌਸਮ ਦੀ ਰਿਪੋਰਟ ਹੁੰਦੀ ਹੈ ਨਾ, ਦੇਖੋ ਬੱਦਲਵਾਈ ਰਹਿਣੀ ਆ, ਇਹ ਹੈ ਉਹ, ਇਹੋ ਜਿਹਾ ਸੂਰਜ ਖਿੜਿਆ, ਕਿਆ ਖੂਬਸੂਰਤ ਰੰਗਤ ਆ ਬਾਹਰ, ਚੰਗੀ ਧੁੱਪ ਖਿੜੀ ਆ, ਆਸਮਾਨ ਦੇ ਵਿੱਚ ਬੱਦਲਵਾਈ ਕੋਈ ਇੰਨੀ ਜ਼ਿਆਦਾ ਨਹੀਂ ਆ। ਸੋ ਜਿਹੜੀ ਉਹ ਵੀ ਗੱਲ ਆ ਵੀ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਸ਼ੁਰੂ ਹੋਣੀ ਆ, ਉਹਦੇ ਚਾਂਸ ਵੈਸੇ ਸਟਰੋਂਗ ਨੇ, ਪਰ ਹਾਲ ਦੀ ਘੜੀ ਬਹੁਤ ਖੂਬਸੂਰਤ ਸਵੇਰ ਸ਼ੁਰੂ ਹੋਈ ਆ ਤੇ ਸਾਡੇ ਕਈ ਸੁਣਨ ਵਾਲਿਆਂ ਨੇ ਬੜੀਆਂ ਖੂਬਸੂਰਤ ਤਸਵੀਰਾਂ ਭੇਜੀਆਂ ਨੇ ਅੱਜ ਦੇ ਸਨਰਾਈਜ਼ ਦੀਆਂ। ਸੋ ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਮੌਸਮ ਦਾ ਅੱਜ ਕੱਲ੍ਹ ਇਹੋ ਜਿਹਾ ਹਿਸਾਬ ਹੁੰਦਾ। ਬੈਸਟ ਵੈਦਰ ਰਿਪੋਰਟ, ਖਿੜਕੀ ਤੋਂ ਬਾਹਰ ਵੇਖੋ ਜੋ ਨਜ਼ਰ ਆ ਰਿਹਾ, ਦੈਟਸ ਦ ਬੈਸਟ ਵੈਦਰ ਰਿਪੋਰਟ ਆਫ ਆਲ। ਵੈਦਰ ਰਿਪੋਰਟ ਦੇ ਨਾਲ ਗੱਲ ਕਰ ਲਈਏ ਜੌਬਸ ਰਿਪੋਰਟ ਦੀ। ਜਿਵੇਂ ਆ ਵੈਦਰ ਰਿਪੋਰਟ ਨੂੰ ਲੈ ਕੇ ਹਮੇਸ਼ਾ ਸ਼ੰਕੇ ਬਣੇ ਰਹਿੰਦੇ ਨੇ ਕਿ ਲੈ ਕਹਿੰਦੇ ਸੀ ਮੀਂਹ ਪੈਣਾ, ਖਿੜੀ ਆਈ ਧੁੱਪ, ਕਹਿੰਦੇ ਸੀ ਧੁੱਪ ਖਿੜਨੀ ਹੈ, ਹੋ ਗਏ ਬੱਦਲ। ਇਸੇ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜੌਬ ਰਿਪੋਰਟਸ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੇ ਸ਼ੰਕੇ ਬਣੇ ਰਹੇ। ਜਦੋਂ ਕਦੇ ਸਟੈਟਿਸਟਿਕਸ ਕੈਨੇਡਾ ਨੇ ਕਹਿਣਾ ਕਿ ਕੈਨੇਡਾ ਦੀ ਇਕੋਨਮੀ ਦੇ ਵਿੱਚ ਪਿਛਲੇ ਤਕਰੀਬਨ ਹੁਣ ਪਿਛਲੇ 6 ਮਹੀਨੇ ਤੋਂ ਸਥਿਤੀ ਬਦਲੀ ਆ, ਨਹੀਂ ਤਾਂ ਫॉर ਮਚ ਆਫ 2022 ਸਪੈਸ਼ਲੀ 2023 2023 ਦੇ ਵਿੱਚ ਜਦੋਂ ਕਦੇ ਜੌਬ ਰਿਪੋਰਟ ਆਉਣੀ, ਉਹਦੇ ਵਿੱਚ ਹੋਣਾ ਵੀ ਕੈਨੇਡਾ ਦੀ ਜੌਬ ਮਾਰਕੀਟ ਬੜੀ ਮਜ਼ਬੂਤ ਆ। ਫਿਰ ਇਹੋ ਜਿਹੀ ਗੱਲ ਹੀ ਹੁੰਦੀ ਸੀ ਆ ਮੌਸਮ ਵਾਲੀ ਰਿਪੋਰਟ ਵਰਗੀ ਕਿ ਨਾ ਅਸਲ ਮੌਸਮ ਤੇ ਕੁਝ ਹੋਰ ਕਹਿੰਦਾ। ਤੇ ਸਟੈਟ ਕੈਨੇਡਾ ਦੀ ਰਿਪੋਰਟਾਂ ਦੇ ਵਿੱਚ ਤੇ ਇਹ ਆ ਵੀ ਨੌਕਰੀਆਂ ਬੜੀਆਂ ਐਡ ਹੋ ਰਹੀਆਂ ਨੇ ਸਾਡੀ ਇਕੋਨਮੀ ਦੇ ਵਿੱਚ, ਪਰ ਹਾਲਾਤ ਤੇ ਤੋਂ ਵੱਖਰੇ ਨੇ। ਪਰ ਹੁਣ ਸਾਨੂੰ ਪਤਾ ਕਿ ਜੌਬ ਮਾਰਕੀਟ ਦੀ ਜੋ ਅਸਲੀਅਤ ਆ ਉਹ ਸਾਹਮਣੇ ਆਉਣੀ ਸ਼ੁਰੂ ਹੋ ਚੁੱਕੀ ਆ। ਪਹਿਲਾਂ ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਆ ਕਿ ਜੌਬ ਮਾਰਕੀਟ ਦੇ ਵਿੱਚ ਜਿਹੜੇ ਨੰਬਰ ਸੀਗੇ, ਉਹ ਜਿਹੜੇ ਫੇਕ LMIAs ਤੇ ਫੇਕ ਜਿਹੜੇ ਜੌਬਸ ਵਾਲੀਆਂ ਗੱਲਾਂ ਸੀ, ਉਹਦੇ ਕਰਕੇ ਉਹ ਨੰਬਰ ਇਨਫਲੇਟ ਹੋਏ ਸੀ। ਤੇ ਉਸ ਮੈਨੀਪੂਲੇਟਡ ਡੇਟਾ ਕਰਕੇ, ਕਿਉਂਕਿ ਜਦੋਂ ਤੁਸੀਂ ਡੇਟਾ ਦਾ ਜਿਹੜੇ ਇੰਡੀਕੇਟਰਸ ਨੇ, ਜਦੋਂ ਉਹ ਫੀਡ ਹੀ ਗਲਤ ਹੋ ਰਹੇ ਨੇ, ਜਿਨ੍ਹਾਂ ਨੇ ਅੱਗੇ ਪਾਲਿਸੀ ਨੂੰ ਇੰਪੈਕਟ ਕਰਨਾ, ਉਹਦੇ ਆਧਾਰ 'ਤੇ ਜਿਹੜੀ ਪਾਲਿਸੀ ਬਣ ਰਹੀ ਸੀ ਉਹਨੇ ਵੀ ਲੋਕਾਂ ਦਾ ਬਹੁਤ ਜ਼ਿਆਦਾ ਜੀਣਾ ਦੁੱਭਰ ਕੀਤਾ, ਖਾਸ ਤੌਰ 'ਤੇ ਇੰਟਰਸਟ ਰੇਟਸ ਵਾਲੀ ਸੰਬੰਧਤ ਜਿਹੜੀ ਗੱਲਬਾਤ ਸੀ। ਸੋ ਹੁਣ ਸਾਨੂੰ ਪਤਾ ਹੈ ਕਿ ਅਸਲ ਕਹਾਣੀ ਤੇ ਹੁਣ ਸਾਹਮਣੇ ਆਉਣੀ ਸ਼ੁਰੂ ਹੋਈ ਆ, ਜਿਹਦੇ ਵਿੱਚ ਸਾਨੂੰ ਦਿਖਦਾ ਪਿਆ ਵੀ ਇਨਫਲੇਸ਼ਨ ਵੀ ਹੁਣ 2% ਤੋਂ ਥੱਲੇ ਜਾ ਚੁੱਕੀ ਆ। ਉਹਦੇ ਵਿੱਚ ਵੀ ਅਜੇ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਇੰਟਰਸਟ ਰੇਟ ਤੇ ਮੌਰਗੇਜਿਸ ਨੇ। ਹੁਣ ਜਿਹੜਾ ਮੌਰਗੇਜ ਦੇ ਉੱਪਰ ਆਪਾਂ ਇੰਟਰਸਟ ਪੇ ਕਰਦੇ ਹਾਂ, ਜਾਂ ਫਿਰ ਜਿਹੜਾ ਵਧਿਆ ਹੋਇਆ ਰੈਂਟ ਆ, ਕਿਰਾਏ ਵੀ ਬਾਏ ਦਾ ਵੇ ਹੁਣ ਘਟਣੇ ਸ਼ੁਰੂ ਹੋ ਗਏ ਨੇ। ਪਰ ਜੇ ਜੌਬ ਨੰਬਰਸ ਦੀ ਸਪੈਸੀਫਿਕਲੀ ਗੱਲ ਕਰੀਏ, ਅੱਜ ਜਿਹੜੇ ਸਟੈਟ ਕੈਨੇਡਾ ਨੇ ਨੰਬਰਸ ਸਾਂਝੇ ਕੀਤੇ ਨੇ, ਅਕਤੂਬਰ ਮਹੀਨੇ ਕੈਨੇਡਾ ਦੇ ਵਿੱਚ 15,000 ਨੌਕਰੀਆਂ ਦਾ ਇਜ਼ਾਫਾ ਹੋਇਆ, ਜਿਹੜਾ ਕਿ ਓਵਰਆਲ ਜਿੰਨੀ ਉਮੀਦ ਸੀ ਉਹਦੇ ਨਾਲੋਂ ਘੱਟ ਹੈ। ਤੇ ਬੇਰੁਜ਼ਗਾਰੀ ਦੀ ਦਰ ਅਜੇ ਵੀ 6.5% ਤੇ ਹੈ, ਜਿਹਦੇ ਵਿੱਚ ਕਿ ਸਤੰਬਰ ਤੋਂ ਲੈ ਕੇ ਅਕਤੂਬਰ ਵਿਚਕਾਰ ਕੋਈ ਫਰਕ ਨਹੀਂ ਪਿਆ। ਸੈਪਟੰਬਰ ਦੇ ਵਿੱਚ ਵੀ ਅਨਇੰਪਲੋਇਮੈਂਟ ਰੇਟ ਕੈਨੇਡਾ 'ਚ 6.5% ਹੀ ਸੀ। ਜੇ ਯੂਥ ਦੀ ਗੱਲ ਕਰੀਏ, ਅਸੀਂ ਪਹਿਲਾਂ ਵੀ ਰਿਪੋਰਟਸ ਦੇ ਵਿੱਚੋਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਕਿ ਨੌਜਵਾਨਾਂ ਵਾਸਤੇ ਬੜਾ ਮੁਸ਼ਕਲ ਰਿਹਾ ਨੌਕਰੀ ਲੱਭ ਸਕਣਾ। 15 ਤੋਂ 24 ਸਾਲ ਦੀ ਉਮਰ ਦੇ ਵਿੱਚ ਜਿਹੜੇ ਯੂਥ ਨੇ, ਉਹਨਾਂ ਦੀਆਂ ਜੌਬਸ ਦੇ ਵਿੱਚ 33,000 ਜੌਬਸ ਦਾ ਇਜ਼ਾਫਾ ਹੋਇਆ, ਜਿਹਦੇ ਵਿੱਚੋਂ ਸਪੈਸੀਫਿਕਲੀ ਜਿਹੜੇ ਮੇਲ ਯੂਥ ਹੈਗੇ ਆ, ਉਹਨਾਂ ਦੀਆਂ ਜੌਬਸ ਦੇ ਵਿੱਚ 25,000 ਜੌਬਸ ਦਾ ਵਾਧਾ ਦਰਜ ਕੀਤਾ ਗਿਆ ਹੈ। ਤੇ ਈਅਰ ਓਵਰ ਈਅਰ 15 ਤੋਂ 24 ਸਾਲ ਦੇ ਉਮਰ ਵਰਗ ਯੂਥ ਜਿਹੜੇ ਕਹਿ ਲਓ ਸਕੂਲ ਕਾਲਜ ਗੋਇੰਗ ਜਿਹੜੇ ਵਿਦਿਆਰਥੀ ਹੁੰਦੇ ਨੇ, ਇਹਦੇ ਵਿੱਚ ਜ਼ਿਆਦਾ, ਉਹਨਾਂ ਦੀ ਬੇਰੁਜ਼ਗਾਰੀ ਦਰ ਦੇ ਵਿੱਚ 2.7% ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੋ ਇਹਦੇ ਪਿੱਛੇ ਇੱਕ ਰੀਜ਼ਨ ਇਹ ਮੰਨਿਆ ਜਾ ਰਿਹਾ ਕਿ ਹੁਣ ਕਿਉਂਕਿ ਰੀਟੇਲ ਸੈਕਟਰ ਦੇ ਵਿੱਚ ਹਾਇਰਿੰਗ ਥੋੜ੍ਹੀ ਜ਼ਿਆਦਾ ਕੀਤੀ ਜਾ ਰਹੀ ਆ ਇਨ ਪ੍ਰੈਪਰੇਸ਼ਨ ਫॉर ਦ ਹੌਲੀਡੇ ਸੀਜ਼ਨ। ਸੋ ਇੱਕ ਉਹ ਇਹਦਾ ਪਹਿਲੂ ਹੋ ਸਕਦਾ। ਤੇ ਦੂਜੀ ਗੱਲ ਇਹ ਆ ਕਿ ਹੁਣ ਵੈਸੇ ਵੀ ਅੰਤਰਰਾਸ਼ਟਰੀ ਸਟੂਡੈਂਟਸ ਐਤਕੀ ਘੱਟ ਆਏ ਨੇ ਤੇ ਹੁਣ ਆਉਂਦੇ ਸਮੇਂ ਦੇ ਵਿੱਚ ਵੀ ਹੋਰ ਘੱਟ ਆ ਰਹੇ ਨੇ। ਸੋ ਇਸ ਕਰਕੇ ਵੀ ਹੁਣ ਜਿਹੜੀ ਉਹ ਰੀਐਡਜਸਟਮੈਂਟ ਹੋ ਰਹੀ ਹੈ ਲੇਬਰ ਮਾਰਕੀਟ ਦੇ ਵਿੱਚ, ਉਹਦੇ ਕਰਕੇ ਹੁਣ ਜਿਹੜੀਆਂ ਜੌਬਸ ਨੇ ਉਹ ਥੋੜ੍ਹੀਆਂ ਜਿਹੀਆਂ ਅਵੇਲੇਬਲ ਹੋਣੀਆਂ ਸ਼ੁਰੂ ਹੋਈਆਂ। ਪਰ ਅਜੇ ਵੀ ਜਿਹੜੀ ਸਥਿਤੀ ਆ ਉਹਦੇ ਵਿੱਚ ਕਾਫੀ ਇੰਪਰੂਵਮੈਂਟ ਦੀ ਜ਼ਰੂਰਤ ਹੈ। ਜੇ ਅਸੀਂ ਕੋਰ ਏਜਡ ਵਿਅਕਤੀਆਂ ਦੀ ਗੱਲ ਕਰੀਏ, ਭਾਵ 25 ਤੋਂ 54 ਸਾਲ ਵਾਲੇ ਉਮਰ ਵਰਗ ਦੀ, ਤੇ ਇਹਦੇ ਵਿੱਚ ਕੋਈ ਬਹੁਤਾ ਚੇਂਜ ਨਹੀਂ ਆਇਆ ਹੈ। ਜਿਹੜੀ ਇੰਪਲੋਇਮੈਂਟ ਹੈ, ਭਾਵੇਂ ਉਹ ਕੋਰ ਏਜਡ ਮੈਨ ਦੀ ਗੱਲ ਕਰੀਏ ਜਾਂ ਵੂਮੈਨ ਦੀ ਗੱਲ ਕਰੀਏ, ਕਿਹੜੇ ਸੈਕਟਰਸ ਦੇ ਵਿੱਚ ਸਭ ਤੋਂ ਜ਼ਿਆਦਾ ਨੌਕਰੀਆਂ ਦਾ ਵਾਧਾ ਜਾਂ ਘਾਟਾ ਹੋਇਆ ਹੈ? ਬਿਜ਼ਨਸ ਬਿਲਡਿੰਗ ਤੇ ਸਪੋਰਟ ਸਰਵਿਸਿਜ਼ ਦੇ ਵਿੱਚ 29,000 ਨਵੀਆਂ ਜੌਬਸ ਐਡ ਹੋਈਆਂ। ਫਾਈਨੈਂਸ, ਇੰਸ਼ੋਰੈਂਸ, ਰੀਅਲ ਏਸਟੇਟ, ਰੈਂਟਲ ਤੇ ਲੀਜ਼ਿੰਗ ਦੇ ਵਿੱਚ 13,000 ਜੌਬਸ ਦਾ ਓਵਰਆਲ ਘਾਟਾ ਪਿਆ। ਸੋ 13,000 ਜੌਬਸ ਦਾ ਨੁਕਸਾਨ ਹੋਇਆ। ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਤਕਰੀਬਨ 8700 ਨੌਕਰੀਆਂ ਦੀ ਛਾਂਟੀ ਕੀਤੀ ਗਈ ਹੈ।
ਜਿਹੜੇ ਆਵਰਸ ਵਰਕਡ ਰਹੇ ਅਕਤੂਬਰ ਦੇ ਵਿੱਚ, ਉਹਨਾਂ ਦੇ ਵਿੱਚ ਈਅਰ ਓਵਰ ਈਅਰ 1.6% ਦਾ ਵਾਧਾ ਹੋਇਆ। ਸੋ ਪਿਛਲੇ ਸਾਲ ਦੇ ਮੁਕਾਬਲੇ ਅਕਤੂਬਰ ਦੇ ਵਿੱਚ ਕਿੰਨੇ ਘੰਟੇ ਪਰ ਲੋਕਾਂ ਨੇ ਕੰਮ ਕੀਤਾ ਪਰ ਵੀਕ, ਉਹਦੇ ਵਿੱਚ 1.6% ਦਾ ਵਾਧਾ ਹੋਇਆ। ਵੇਜਿਸ ਵੀ ਵਧੀਆਂ। ਵੇਜਿਸ ਦੇ ਵਿੱਚ, ਆਵਰਲੀ ਵੇਜਿਸ ਦੇ ਵਿੱਚ ਔਨ ਐਵਰੇਜ ਈਅਰ ਓਵਰ ਈਅਰ, ਸੋ ਅਕਤੂਬਰ 2023 ਦੇ ਮੁਕਾਬਲੇ ਅਕਤੂਬਰ 2024 ਦੇ ਵਿੱਚ 4.9% ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ $1.68 ਪਰ ਆਵਰ ਬਣਦਾ। ਇਹਦੇ ਨਾਲ ਹੁਣ ਜਿਹੜੀ ਐਵਰੇਜ ਆਵਰਲੀ ਵੇਜ ਹੈ ਉਹ $35.76 ਤੇ ਪਹੁੰਚ ਗਈ ਹੈ। ਇਹ ਸਟੈਟ ਕੈਨੇਡਾ ਦੇ ਅੰਕੜੇ ਕਹਿੰਦੇ ਨੇ। ਇਸ ਤੋਂ ਇਲਾਵਾ ਇਸ ਡੇਟਾ ਸੈੱਟ ਦੇ ਵਿੱਚ ਜਿਹੜੀਆਂ ਆਪਾਂ ਜਿਵੇਂ ਗੱਲ ਕੀਤੀ ਹੈ ਕਿ ਅਨਇੰਪਲੋਇਮੈਂਟ ਦਾ ਰੇਟ 6.5% ਤੇ ਆ। ਜਿਹੜੇ ਕੋਰ ਏਜਡ ਮਰਦ ਨੇ ਉਹਨਾਂ ਦੀ ਜਿਹੜੀ ਅਨਇੰਪਲੋਇਮੈਂਟ ਰੇਟ ਆ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਈ। ਕੋਰ ਏਜਡ ਵੂਮਨ ਦੇ ਵਿੱਚ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹਦੇ ਵਿੱਚ 0.2% ਦਾ ਵਾਧਾ ਹੋਇਆ। ਸੋ ਔਰਤਾਂ ਵਾਸਤੇ ਜਿਹੜੀ 25 ਤੋਂ 54 ਸਾਲ ਦੀ ਉਮਰ ਦੀਆਂ ਫੀਮੇਲਸ ਨੇ ਉਹਨਾਂ ਦੀਆਂ ਜੌਬਸ ਦੇ ਵਿੱਚ ਮਾਮੂਲੀ ਜਿਹੀ ਗਿਰਾਵਟ ਦਰਜ ਕੀਤੀ ਗਈ ਆ, ਪਰ ਜਿਹੜੇ ਕੋਰ ਏਜਡ ਮਰਦ ਨੇ ਉਹਨਾਂ ਦੀਆਂ ਜੌਬਸ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ। ਜੇ ਅਸੀਂ ਸੂਬਿਆਂ ਦੀ ਗੱਲ ਕਰੀਏ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਤੰਬਰ ਦੇ ਵਿੱਚ ਬੇਰੁਜ਼ਗਾਰੀ ਦੀ ਦਰ 6% ਸੀ। ਅਕਤੂਬਰ ਦੇ ਵਿੱਚ ਇਹ ਸਥਿਤੀ ਥੋੜ੍ਹੀ ਜਿਹੀ ਬਿਹਤਰ ਹੋਈ ਪ੍ਰਤੀਤ ਹੁੰਦੀ ਆ। 5.8% ਰਹਿ ਗਈ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਬੇਰੁਜ਼ਗਾਰੀ ਦਰ, ਜੋ ਕਿ ਨੈਸ਼ਨਲ ਐਵਰੇਜ ਤੋਂ ਕਿਤੇ ਘੱਟ ਆ। ਨੈਸ਼ਨਲ ਐਵਰੇਜ 6.5% ਆ। ਅਤੇ ਇਹਦੇ ਵਿੱਚ ਜੇ ਮੈਟਰੋ ਵੈਨਕੂਵਰ ਰੀਜਨ ਦੀ ਗੱਲ ਕਰੀਏ, ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਵੀ ਜੇ ਅਸੀਂ ਵੇਖਦੇ ਹਾਂ ਸਤੰਬਰ ਤੋਂ ਲੈ ਕੇ ਅਕਤੂਬਰ ਤੱਕ ਇੰਪਲੋਇਮੈਂਟ ਦੇ ਵਿੱਚ ਥੋੜ੍ਹੀ ਜਿਹੀ ਬਿਹਤਰੀ ਦਰਜ ਕੀਤੀ ਗਈ ਹੈ। ਨੰਬਰਸ ਇਹ ਦਰਸਾਉਂਦੇ ਨੇ। ਜੇ ਗੱਲ ਕਰਦੇ ਹਾਂ ਕਿ ਇਸੇ ਹੀ ਡੇਟਾ ਦੇ ਵਿੱਚ ਸਟੈਟ ਕੈਨੇਡਾ ਨੇ ਇਹ ਵੀ ਦੱਸਿਆ ਕਿ ਕਿੰਨੇ ਕੁ ਕੈਨੇਡੀਅਨਸ ਨੇ ਜਿਹੜੇ ਇਹ ਕਹਿੰਦੇ ਨੇ ਕਿ ਉਹਨਾਂ ਵਾਸਤੇ ਇਸ ਵੇਲੇ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਚਿੰਤਾਜਨਕ ਆ, ਜਿਨ੍ਹਾਂ ਨੂੰ ਇਸ ਵੇਲੇ ਫਾਈਨੈਂਸ਼ੀਅਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਜਿਹੜੇ ਕਹਿੰਦੇ ਨੇ ਕਿ ਅਸੀਂ ਆਪਣੀਆਂ ਬੁਨਿਆਦੀ ਜ਼ਰੂਰਤਾਂ ਉਹ ਵੀ ਪ੍ਰੋਪਰਲੀ ਨਹੀਂ ਉਹਨਾਂ ਦੀ ਟੇਕ ਕੇਅਰ ਕਰ ਪਾ ਰਹੇ। ਇਹਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਆ। ਲਗਭਗ 29% ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਆਪਣੀਆਂ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਕਰਨ ਵਾਸਤੇ ਵੀ ਉਹਨਾਂ ਨੂੰ ਇਸ ਵੇਲੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਦੈਟਸ ਐਟ 29%, ਵਿਚ ਇਜ਼ ਸਟਿਲ ਅ ਵੈਰੀ ਹਾਈ ਨੰਬਰ। ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਡਿਫੀਕਲਟੀ ਹੋਣ ਦੇ ਆਸਾਰ ਜ਼ਿਆਦਾ ਨੇ। ਸੋ ਲਗਭਗ 39% ਤੋਂ ਵੀ ਵੱਧ ਕਿਰਾਏਦਾਰਾਂ ਦਾ ਕਹਿਣਾ ਸੀ ਕਿ ਉਹ ਫਾਈਨੈਂਸ਼ੀਅਲ ਡਿਫੀਕਲਟੀਜ਼ ਦਾ ਸਾਹਮਣਾ ਕਰ ਰਹੇ ਨੇ। ਹੋਮ ਓਨਰਸ ਦੇ ਵਿੱਚ ਜਿਹੜੀ ਇਹ ਗਿਣਤੀ ਹੈ ਉਹ 24% ਰਹਿ ਜਾਂਦੀ ਆ। ਸਭ ਤੋਂ ਵੱਧ ਫਾਈਨੈਂਸ਼ੀਅਲ ਡਿਫੀਕਲਟੀਜ਼ ਦਾ ਸਾਹਮਣਾ ਜੇ ਕਿਸੇ ਗਰੁੱਪ ਨੇ ਰਿਪੋਰਟ ਕੀਤਾ ਤੇ ਉਹ ਨੇ ਰੀਸੈਂਟ ਇਮੀਗ੍ਰੈਂਟਸ। ਨਵੇਂ ਆਉਣ ਵਾਲਿਆਂ ਦੇ ਵਿੱਚੋਂ 41% ਤੋਂ ਵੀ ਵੱਧ ਦਾ ਇਹ ਕਹਿਣਾ ਸੀ ਕਿ ਉਹ ਆਪਣੀਆਂ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਵਾਸਤੇ ਵੀ ਉਹਨਾਂ ਕੋਲ ਪੈਸੇ ਨਹੀਂ ਹੈਗੇ ਜਾਂ ਉਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ। ਉਹਦੇ ਪਿੱਛੇ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਆ ਕਿ ਜੌਬ ਮਾਰਕੀਟ ਦੇ ਵਿੱਚ ਨਵੇਂ ਆਉਣ ਵਾਲੇ ਵਿਅਕਤੀਆਂ ਨੂੰ ਜਜ਼ਬ ਹੋਣਾ ਮੁਸ਼ਕਲ ਹੋਇਆ ਪਿਆ। ਨਵੇਂ ਆਉਣ ਵਾਲਿਆਂ ਦੀ ਗੱਲ ਜਿਹੜੇ ਇੱਥੇ ਪਹਿਲਾਂ ਤੋਂ ਨੇ ਉਹਨਾਂ ਵਾਸਤੇ ਜੇ ਕਿਸ ਦੀ ਜੌਬ ਜਾਂਦੀ ਲੱਗਦੀ ਆ, ਉਹਨੂੰ ਇਸ ਇਕੋਨਮੀ ਦੇ ਵਿੱਚ ਇਸ ਜੌਬ ਮਾਰਕੀਟ ਦੇ ਵਿੱਚ ਦੁਬਾਰਾ ਤੋਂ ਐਬਜ਼ੌਰਬ ਹੋਣਾ, ਦੁਬਾਰਾ ਤੋਂ ਨੌਕਰੀ ਹਾਸਲ ਕਰ ਸਕਣੀ, ਉਹਦੇ ਵਾਸਤੇ ਮੁਸ਼ਕਲ ਆ। ਨਵੇਂ ਆਉਣ ਵਾਲੇ ਵਿਅਕਤੀ ਵਾਸਤੇ ਤੇ ਵੈਸੇ ਹੀ ਕਈ ਚੁਣੌਤੀਆਂ ਹੁੰਦੀਆਂ ਨੇ। ਸੋ 41% ਤੋਂ ਵੀ ਵੱਧ ਨਿਊ ਕਮਰਸ ਦਾ ਇਹ ਕਹਿਣਾ ਕਿ ਉਹ ਕੈਨੇਡਾ ਦੇ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਨੇ, ਜੋ ਕਿ ਕੈਨੇਡਾ ਦੇਖੋ ਆਉਣ ਵਾਲੇ ਲੋਕਾਂ ਦਾ ਰੁਝਾਨ ਆਲਰੇਡੀ ਥੋੜ੍ਹਾ ਘੱਟ ਗਿਆ ਹੋਇਆ, ਭਾਵੇਂ ਉਹ ਸਟੂਡੈਂਟਸ ਦੀ ਗਿਣਤੀ ਹੋਵੇ, ਭਾਵੇਂ ਉਹ ਬਾਕੀ ਕੈਟਾਗਰੀਜ਼ ਹੋਣ। ਹੁਣ ਬਹੁਤ ਸਾਰੇ ਲੋਕ ਦੇ ਆਰ ਰੀਕਨਸੀਡਰਿੰਗ ਬੇਸਡ ਔਨ ਕਿ ਗਰਾਊਂਡ ਰਿਐਲਿਟੀ ਹੈ ਕਿ ਕੈਨੇਡਾ ਜਾਈਏ, ਕਿਸੇ ਹੋਰ ਮੁਲਕ ਜਾਈਏ, ਜਾਂ ਫਿਰ ਅਜੇ ਰਹਿਣ ਦੀਏ ਜਿੱਥੇ ਰਹਿ ਰਹੇ ਹਾਂ, ਜਿਹੜੇ ਮੁਲਕ 'ਚ ਹੈਗੇ ਆ ਉੱਥੇ ਹੀ ਰਹੀਏ। ਸੋ ਕੈਨੇਡਾ ਆਉਣ ਬਾਰੇ ਕਈ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਆਪਣੇ ਵਿਚਾਰ ਬਦਲੇ ਵੀ ਨੇ। ਉਹ ਗੱਲ ਹੁਣ ਅਲੱਗ ਆ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਆਉਣ ਦੇ ਨਾਲ ਜਿਹੜੀ ਇਲੀਗਲ ਕ੍ਰੋਸਓਵਰਸ ਨੇ ਫਰੋਮ ਦ US ਟੂ ਕੈਨੇਡਾ, ਉਹਨਾਂ ਦੇ ਵਿੱਚ ਵਾਧਾ ਹੋਣ ਦਾ ਖਦਸ਼ਾ। ਦੈਟਸ ਅ ਸੈਪਰੇਟ ਟੌਪਿਕ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇਸੇ ਹੀ ਡੇਟਾ ਸੈੱਟ ਦੇ ਵਿੱਚ ਇੱਕ ਹੋਰ ਗੱਲ ਸਾਂਝੀ ਕੀਤੀ ਆ ਸਟੈਟ ਕੈਨੇਡਾ ਨੇ ਕਿ ਓਵਰਆਲ ਜੌਬ ਸੈਟਿਸਫੈਕਸ਼ਨ ਕਿੰਨੀ ਆ ਲੋਕਾਂ ਨੂੰ। ਜਿਹੜੇ ਲੋਕ ਕੰਮਕਾਜ ਕਰ ਵੀ ਰਹੇ ਨੇ ਉਹ ਆਪਣੇ ਕੰਮਕਾਜ ਤੋਂ ਸੰਤੁਸ਼ਟ ਕਿੰਨੇ ਨੇ। ਅਕਤੂਬਰ 2023 ਦੇ ਵਿੱਚ 62.2% ਕੈਨੇਡੀਅਨਸ ਦਾ ਇਹ ਕਹਿਣਾ ਸੀ ਕਿ ਉਹ ਜਿਹੜੀ ਜੌਬ ਕਰ ਰਹੇ ਨੇ ਉਹ ਤੋਂ ਸੰਤੁਸ਼ਟ ਨੇ, ਦੇ ਆਰ ਸੈਟਿਸਫਾਈਡ। ਪਰ ਜਿਹੜਾ ਹੁਣ ਅੱਜ ਲੇਟੈਸਟ ਡੇਟਾ ਸੈੱਟ ਆਇਆ ਇਸ ਸਾਲ ਦੇ ਅਕਤੂਬਰ ਮਹੀਨੇ ਵਾਸਤੇ, ਉਹਦੇ ਵਿੱਚ ਇਹ ਪਰਸੈਂਟੇਜ ਦੇ ਵਿੱਚ, ਇਸ ਅਨੁਪਾਤ ਦੇ ਵਿੱਚ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਆ। ਸਿਰਫ 61.3% ਕੈਨੇਡੀਅਨ ਵਰਕਰਸ ਹੁਣੇ ਕਹਿੰਦੇ ਨੇ ਕਿ ਉਹ ਆਪਣੀ ਜੌਬ ਤੋਂ ਸੈਟਿਸਫਾਈਡ ਨੇ। ਸੋ ਇਸ ਅਕਤੂਬਰ ਦੇ ਵਿੱਚ ਇਹ ਨੰਬਰ 61.3% ਆ। ਲਾਸਟ ਈਅਰ ਇਹ ਨੰਬਰ 62.2% ਸੀ। ਸਭ ਤੋਂ ਘੱਟ
ਜਿਹੜਾ ਸੈਟਿਸਫੈਕਸ਼ਨ ਰੇਟ ਹੈ ਉਹ ਜੇ ਪਾਇਆ ਗਿਆ ਉਹ ਯੂਥ ਦੇ ਵਿੱਚ ਸੀ ਜਿਹੜੇ ਕਹਿੰਦੇ ਨੇ ਕਿ ਉਹ ਆਪਣੀ ਜੌਬ ਤੋਂ ਸੈਟਿਸਫਾਈਡ ਨਹੀਂ ਹੈਗੇ। ਜਿਹੜੇ ਸੈਲਫ ਇੰਪਲੋਇਡ ਵਰਕਰਸ ਨੇ ਸਭ ਤੋਂ ਵੱਧ ਸੈਟਿਸਫਾਈਡ ਉਹ ਨੇ ਜਿਨ੍ਹਾਂ ਕੋਲ ਆਪਣੇ ਸਕੈਜੂਅਲ ਦਾ ਜ਼ਿਆਦਾ ਕੰਟਰੋਲ ਆ, ਜਿਹੜੇ ਆਪਣਾ ਕੰਮ ਕਦੋਂ ਕਰਨਾ ਕਿਵੇਂ ਕਰਨਾ, ਹੂ ਆਰ ਬੇਸਿਕਲੀ ਦੇਅਰ ਓਨ ਬੌਸਸ। ਸੋ ਸੈਲਫ ਇੰਪਲੋਇਡ ਵਰਕਰਸ ਦਾ ਕਹਿਣਾ ਸੀ 70% ਦਾ ਕਿ ਉਹ ਆਪਣੇ ਕੰਮ ਕਾਜ ਤੋਂ ਸੈਟਿਸਫਾਈਡ ਨੇ, ਸੰਤੁਸ਼ਟ ਨੇ। ਸਰਕਾਰੀ ਨੌਕਰੀਆਂ ਵਾਲੇ ਉਹ ਵੀ 60.2% ਹੀ ਕਹਿੰਦੇ ਨੇ ਵੀ ਅਸੀਂ ਸੈਟਿਸਫਾਈਡ ਹਾਂ ਕਿ ਸੰਤੁਸ਼ਟ ਹਾਂ। ਪ੍ਰਾਈਵੇਟ ਸੈਕਟਰ ਇੰਪਲੋਈਜ਼ ਵੀ 60% ਦੀ ਹੀ ਗਿਣਤੀ ਆ। ਜਿਹੜੇ ਲੋਕੀ ਫੂਡ ਐਂਡ ਅਕੋਮੋਡੇਸ਼ਨ ਜਾਂ ਸਰਵਿਸਿਜ਼ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਸਭ ਤੋਂ ਘੱਟ ਸੈਟਿਸਫੈਕਸ਼ਨ ਰਿਪੋਰਟ ਕੀਤੀ ਆ। ਸਿਰਫ 50% ਫੂਡ ਐਂਡ ਅਕੋਮੋਡੇਸ਼ਨ ਵਰਕਰਸ, ਸੋ ਜਿਹੜੇ ਰੈਸਟੋਰੈਂਟਸ ਦੇ ਵਿੱਚ ਹੋਟਲਸ ਦੇ ਵਿੱਚ ਕੰਮ ਕਰਦੇ ਨੇ, ਸਿਰਫ 50% ਨੇ ਕਿਹਾ ਕਿ ਉਹ ਆਪਣੀ ਜੌਬ ਤੋਂ ਸੰਤੁਸ਼ਟ ਨੇ, ਸੈਟਿਸਫਾਈਡ ਨੇ। ਸੋ ਕੁੱਲ ਮਿਲਾ ਕੇ ਅੱਜ ਇਹ ਨੰਬਰਸ ਆਏ ਨੇ ਜੀ। ਸੋ ਅਕਤੂਬਰ ਮਹੀਨੇ ਕੈਨੇਡਾ ਦੀ ਇਕੋਨਮੀ ਦੇ ਵਿੱਚ 15,000 ਨੌਕਰੀਆਂ ਐਡ ਹੋਈਆਂ ਨੇ। ਉਮੀਦ ਤੋਂ ਘੱਟ ਆ ਇਹ ਨੰਬਰ, ਅਤੇ ਬੇਰੁਜ਼ਗਾਰੀ ਦੀ ਦਰ 6.5% ਤੇ ਆ। ਜੇ ਜੌਬਸ ਨਾਲ ਸੰਬੰਧਿਤ ਗੱਲ ਕਰ ਹੀ ਰਹੇ ਹਾਂ, ਇੱਕ ਗੱਲ ਇਹਦੇ ਨਾਲ ਜੁੜਦੀ ਹੋਰ ਕਰ ਲਈਏ ਹੜਤਾਲਾਂ ਬਾਰੇ। BC ਦੇ ਪੋਰਟ ਦੇ ਉੱਪਰ ਜਿਹੜਾ ਇਸ ਵੇਲੇ ਲੌਕਆਊਟ ਹੋਇਆ ਵਰਕ ਸਟਾਪੇਜ ਆ, ਅੱਜ ਉਹਦਾ 5ਵਾਂ ਦਿਨ ਹੈ। ਅਤੇ ਪਿਛਲੇ ਦਿਨੀ ਇਹ ਗੱਲ ਸਾਹਮਣੇ ਆਈ ਸੀ ਕਿ ਹਰ ਇੱਕ ਦਿਨ ਐਵਰੀ ਡੇ ਜਦੋਂ ਪੋਰਟ 'ਤੇ ਕੰਮ ਨਹੀਂ ਹੋ ਰਿਹਾ ਤਾਂ ਉਹਦੇ ਕਰਕੇ ਕੈਨੇਡੀਅਨ ਇਕੋਨਮੀ ਦੇ ਵਿੱਚ ਜਿਹੜਾ ਟ੍ਰੇਡ ਇੰਪੈਕਟ ਹੋ ਰਿਹਾ ਉਹ $800 ਮਿਲੀਅਨ ਦੀ ਉਹਦੀ ਵੈਲਿਊ ਬਣਦੀ ਆ। ਸੋ ਟੁਡੇ ਇਜ਼ ਡੇ ਨੰਬਰ 5। ਪਿਛਲੇ 2 ਦਿਨਾਂ ਤੋਂ ਇਸ ਰੇੜਕੇ ਨੂੰ ਸੋਲਵ ਕਰਨ ਲਈ ਕੋਈ ਬਹੁਤੀ ਗੱਲਬਾਤ ਵੀ ਨਹੀਂ ਸੀ ਹੋਈ। ਸੋ ਡੈਡਲੌਕ ਜਿਹਾ ਬਣ ਗਿਆ ਸੀ। ਉਮੀਦ ਇਹ ਕੀਤੀ ਜਾ ਰਹੀ ਸੀ ਕਿ ਫੈਡਰਲ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਕਰੇ, ਕੰਮ ਦੁਬਾਰਾ ਸ਼ੁਰੂ ਕਰਾਓ, ਕਿਉਂਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਧ ਸਤੇ ਹੋਏ ਨੇ ਰੀਟੇਲਰਸ, ਜਿਨ੍ਹਾਂ ਦਾ ਮਾਲ, ਜਿਨ੍ਹਾਂ ਦਾ ਸਮਾਨ ਜਿਹੜਾ ਉਹਨਾਂ ਨੇ ਵੇਚਣਾ, ਅੱਗੇ ਸਪਲਾਈ ਕਰਨਾ, ਆਪਣੇ ਸਟੋਰ ਦੇ ਸ਼ੈਲਵਸ ਭਰਨੇ ਨੇ। ਅੱਗੇ ਹੁਣ ਵਿਕਰੀ ਵਾਲਾ ਸੀਜ਼ਨ ਵੀ ਆ ਰਿਹਾ, ਪਹਿਲਾਂ ਬਲੈਕ ਫਰਾਈਡੇ ਆ, ਉਸ ਤੋਂ ਬਾਅਦ ਹੌਲੀਡੇ ਸੀਜ਼ਨ ਆ। ਹੁਣ ਉਹਨਾਂ ਰੀਟੇਲਰਸ ਦਾ ਇਹ ਕਹਿਣਾ ਵੀ ਸਭ ਤੋਂ ਵੱਧ ਅਸਰ ਸਾਡੇ ਕਾਰੋਬਾਰ 'ਤੇ ਇਸ ਵਰਕ ਸਟਾਪੇਜ ਦਾ ਪੈਂਦਾ ਪਿਆ, ਪਰ ਸਾਡੇ ਹੱਥ ਦੇ ਵਿੱਚ ਜਿਹਾ ਕੁਝ ਵੀ ਨਹੀਂ, ਸਾਡੇ ਕੋਲ ਇਖਤਿਆਰ ਹੀ ਨਹੀਂ ਕਿ ਅਸੀਂ ਇਹਨੂੰ ਸੋਲਵ ਕਰਨ ਲਈ ਕੁਝ ਕਰ ਸਕੀਏ। ਵੀ ਸਾਡੇ ਲਈ ਬਹੁਤ ਫਰਸਟ੍ਰੇਟਿੰਗ ਸਿਚੁਏਸ਼ਨ ਹੋਈ ਆ। ਜਿਹੜੇ ਵੱਖੋ ਵੱਖਰੇ ਚੈਂਬਰ ਆਫ ਕਾਮਰਸ ਨੇ, ਰੀਟੇਲਰਸ ਦੇ ਜਿਹੜੀਆਂ ਸੰਸਥਾਵਾਂ, ਐਸੋਸੀਏਸ਼ਨਸ ਨੇ, ਉਹ ਆਪਣਾ ਇਹ ਜਿਹੜਾ ਗਿਲਾ ਹੈ ਉਹ ਜ਼ਾਹਰ ਕਰ ਰਹੇ ਨੇ ਕਿ ਇਹ ਮਾਮਲਾ ਛੇਤੀ ਰਿਜ਼ੋਲਵ ਹੋਣਾ ਚਾਹੀਦਾ। ਆਫ ਕੋਰਸ ਅਸੀਂ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ, ਸਾਡੇ ਜਿਹੜੇ ਸੁਣਨ ਵਾਲੇ ਟਰੱਕਿੰਗ ਸੈਕਟਰ ਦੇ ਨਾਲ ਸੰਬੰਧਿਤ ਨੇ, ਆਫ ਕੋਰਸ ਕੰਮ ਉਹਨਾਂ ਦਾ ਵੀ ਇੰਪੈਕਟ ਹੋਇਆ। ਜਦੋਂ ਪੋਰਟ ਦੇ ਉੱਪਰ ਕੰਮ ਸਟਾਪ ਹੋ ਗਿਆ ਕੈਨੇਡਾ ਦੇ ਸਭ ਤੋਂ ਵੱਡੇ ਪੋਰਟ 'ਤੇ ਉਹਦੇ ਨਾਲ ਉਹ ਜਿਹੜਾ ਸਮਾਨ ਅੱਗੇ ਪੋਰਟ 'ਤੇ ਆ ਕੇ ਟਰੱਕਾਂ ਰਾਹੀਂ ਰੱਦ ਕੇ ਅੱਗੇ ਭੇਜਿਆ ਜਾਣਾ ਸੀ, ਉਹ ਜੇ ਸਮਾਨ ਹੀ ਨਹੀਂ ਉਤਰਦਾ ਪਿਆ ਜਾਂ ਸਮਾਨ ਅੱਗੇ ਕਲੀਅਰ ਆਊਟ ਨਹੀਂ ਹੋ ਪਾ ਰਿਹਾ ਤਾਂ ਫਿਰ ਟਰੱਕਾਂ ਨੇ ਵੀ ਕਿਵੇਂ ਚੱਲਣਾ। ਸੋ ਰਿਪਲ ਇਫੈਕਟ ਜਿਹੜਾ ਇਕੋਨਮੀ ਦੇ ਵਿੱਚ ਉਹ ਮਲਟੀਫੋਲਡ ਆ। 700 ਤੋਂ ਵੀ ਵੱਧ 4 ਪਰਸਨਸ ਨੇ ਜਿਨ੍ਹਾਂ ਨੂੰ ਲੌਕਆਊਟ ਕਰ ਦਿੱਤਾ ਗਿਆ। ਰੇੜਕਾ ਇਹ ਚਲੋ ਤਨਖਾਹਾਂ ਦਾ ਅਤੇ ਹੋਰ ਚੀਜ਼ਾਂ ਦਾ ਤਾਂ ਜੋ ਹੈ ਉਹ ਗੱਲਬਾਤ ਹੈ ਸੋ ਹੈ, ਜਿਹਦੇ ਵਿੱਚ ਆਲਰੇਡੀ ਇੰਪਲੋਇਰ ਨੇ ਵੇਜਿਸ ਦੇ ਵਿੱਚ ਵਾਧਾ, ਪੈਨਸ਼ਨ ਬੈਨੀਫਿਟਸ ਤੇ ਉਹਦੇ ਵਿੱਚ ਵਾਧਾ, ਉਹਦੀ ਗੱਲ ਕਰ ਵੀ ਦਿੱਤੀ ਹੋਈ ਆ। ਪਰ ਜਿਹੜੀ ਯੂਨੀਅਨ ਹੈਗੀ ਆ, ਜਿਹੜੀ ਇੰਟਰਨੈਸ਼ਨਲ ਲੌਂਗ ਸ਼ੋਰ ਐਂਡ ਵੇਅਰ ਹਾਊਸ ਯੂਨੀਅਨ ILWU ਲੋਕਲ 514, ਜਿਹੜੀ ਕਿ ਇਹਨਾਂ 4 ਪਰਸਨਸ ਨੂੰ, ਫੋਰਮੈਨ ਨੂੰ ਰਿਪਰੈਜ਼ੈਂਟ ਕਰਦੀ ਆ, ਉਹਨਾਂ ਦਾ ਇਹ ਕਹਿਣਾ ਕਿ ਸਾਡਾ ਮਾਮਲਾ ਜਿਹੜਾ ਮੇਨ ਰੇੜਕਾ ਉਹ ਹੈਗਾ ਆਟੋਮੇਸ਼ਨ ਨੂੰ ਲੈ ਕੇ, ਕਿ ਆਉਂਦੇ ਸਮੇਂ ਦੇ ਵਿੱਚ ਜਦੋਂ ਟੈਕਨੋਲੋਜੀ ਦੀ ਵਰਤੋਂ ਨਾਲ ਇਹ ਬਹੁਤ ਸਾਰੀਆਂ ਹਾਈ ਪੇਇੰਗ ਜੌਬਸ ਐਲੀਮੀਨੇਟ ਹੋ ਜਾਣਗੀਆਂ। ਵੀ ਅਸੀਂ ਇਕੱਲਾ ਤਨਖਾਹਾਂ ਵਧਵਾ ਕੇ ਕੀ ਲੈਣਾ, ਤਨਖਾਹਾਂ ਵਧੀਆਂ ਹੋਈਆਂ ਸਸਟੇਨ ਵੀ ਰਹਿਣਗੀਆਂ ਕਿ ਨਹੀਂ, ਉਹ ਨੌਕਰੀ ਰਹੇਗੀ ਵੀ ਕਿ ਨਹੀਂ। ਇਹ ਗੱਲ ਇੱਕ ਪੈਰਲਲ ਡਿਸਕਸ਼ਨ ਇਹ ਵੀ ਆ, ਜਿਹਦੇ ਬਾਰੇ ਪਿਛਲੇ ਦਿਨ ਆਪਾਂ ਮਾੜਾ ਜਿਹਾ ਜ਼ਿਕਰ ਕੀਤਾ ਵੀ ਸੀ ਕਿ ਦੁਨੀਆ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਜੇ ਪੋਰਟਸ ਵੇਖੀਏ, ਭਾਵੇਂ ਉਹ ਮਿਡਲ ਈਸਟ ਦੇ ਵਿੱਚ ਹੋਣ ਪੋਰਟਸ, ਏਸ਼ੀਆ ਦੇ ਵਿੱਚ ਹੋਣ, ਯੂਰਪ ਦੇ ਪੋਰਟਸ ਹੋਣ, ਜਾਂ ਇੱਥੇ ਈਵਨ US ਦੇ ਵਿੱਚ ਵੇਖੀਏ, ਉੱਥੇ ਆਟੋਮੇਸ਼ਨ ਬਹੁਤ ਤੇਜ਼ੀ ਦੇ ਨਾਲ ਉਸ ਨੂੰ ਅਡੋਪਟ ਕੀਤਾ ਜਾ ਰਿਹਾ। ਉਸ ਸਮੇਂ ਦੀ ਮੰਗ ਬਣ ਚੁੱਕੀ ਹੋਈ ਆ। ਉਹਦੇ ਕਰਕੇ ਉਹਨਾਂ ਪੋਰਟਸ ਦੇ ਉੱਪਰ ਜਿਹੜੀ ਐਫੀਸ਼ੀਐਂਸੀ ਆ, ਜਿਸ ਹਿਸਾਬ ਦੇ ਨਾਲ ਕੰਮਕਾਜ ਹੁੰਦਾ ਉਹ ਬਿਹਤਰ ਹੋ ਰਿਹਾ। ਪਰ ਜਿਹੜਾ ਬੈਲੈਂਸ ਆ ਉਹ ਵੀ ਮੇਨਟੇਨ ਕਰਨਾ ਬੜਾ ਜ਼ਰੂਰੀ ਆ। ਮਸ਼ੀਨਾਂ ਜੇ ਕੰਮ ਕਰਦੀਆਂ ਰਹਿਣਗੀਆਂ ਤਾਂ ਮਸ਼ੀਨਾਂ ਦੇ ਰਾਹੀਂ ਜਿਹੜਾ ਸਾਰਾ ਸਮਾਨ ਆਉਣਾ, ਜਿਹੜੇ ਲੋਕਾਂ ਨੇ ਉਹ ਖਰੀਦਣਾ, ਜਿਹੜੇ ਉਹ ਕੰਜ਼ਿਊਮਰ ਕੋਲ, ਐਂਡ ਯੂਜ਼ਰ ਕੋਲ ਜੇ ਨੌਕਰੀ ਹੀ ਨਾ ਰਹੀ ਉਸ ਟੈਕਨੋਲੋਜੀ ਕਰਕੇ, ਤਾਂ ਫਿਰ ਸਾਰਾ ਕੰਮ ਉਥਲ ਪੁਥਲ ਹੋ ਜਾਣਾ। ਸੋ ਜਿਹੜਾ ਮੇਨ ਸਟਿਕਿੰਗ ਪੁਆਇੰਟ ਇਸ ਵਰਕ ਸਟਾਪੇਜ ਦੇ ਵਿੱਚ, ਪੋਰਟ ਵਾਲੀ ਵਰਕ ਸਟਾਪੇਜ ਦੇ ਵਿੱਚ ਆਟੋਮੇਸ਼ਨ ਨੂੰ ਲੈ ਕੇ ਬਣਿਆ ਹੋਇਆ। ਸੋ ਪਿਛਲੇ ਦਿਨਾਂ ਤੋਂ ਇਹਦੇ ਵਿੱਚ ਕੋਈ ਗੱਲਬਾਤ ਨਹੀਂ ਸੀ ਹੋ ਰਹੀ। ਹੁਣ ਫੈਡਰਲ ਲੇਬਰ ਮਿਨਿਸਟਰ ਸਟੀਵਨ ਮੈਕਿਨਨ ਨੇ ਦੋਹਾਂ ਧਿਰਾਂ ਨੂੰ
ਹੁਕਮ ਦਿੱਤੇ ਨੇ ਕਿ ਬੈਕ ਟੂ ਦ ਬਾਰਗੇਨਿੰਗ ਟੇਬਲ, ਗੱਲਬਾਤ ਦੁਬਾਰਾ ਸ਼ੁਰੂ ਕਰੋ। ਲੇਬਰ ਕੋਡ ਦੇ ਵਿੱਚ ਇੱਕ ਸੈਕਸ਼ਨ ਹੈ, ਸੈਕਸ਼ਨ 105। ਸੋ ਉਸ ਸੈਕਸ਼ਨ ਤਹਿਤ ਇਹ ਹੁਕਮ ਜਾਰੀ ਕੀਤੇ ਗਏ ਨੇ। ਦਿਸ ਇਜ਼ ਨਾਟ ਐਨ ਆਰਡਰ ਟੂ ਗੋ ਬੈਕ ਟੂ ਵਰਕ। ਸੋ ਸਟੀਵਨ ਮੈਕਿਨਨ ਨੇ ਇਹ ਨਹੀਂ ਕਿਹਾ ਕਿ ਕੰਮ ਤੇ ਵਾਪਸ ਜਾਓ। ਸਰਕਾਰ ਜੇ ਚਾਹਵੇ ਸਰਕਾਰ ਕਰ ਉਹ ਵੀ ਸਕਦੀ ਆ, ਕਿਉਂਕਿ ਇਹਦੇ ਵਿੱਚ ਕੰਮ ਤੇ ਵਾਪਸ ਜਾਣ ਵਿੱਚ ਅੜਿੱਕਾ ਕੀ ਆ ਕਿ ਇੰਪਲੋਇਰ ਵੱਲੋਂ ਜਿਹੜਾ ਲੌਕਆਊਟ ਕੀਤਾ ਗਿਆ, ਸਰਕਾਰ ਇੰਪਲੋਇਰ ਨੂੰ ਵੀ ਹੁਕਮ ਦੇ ਸਕਦੀ ਆ ਕਿ ਤੁਹਾਨੂੰ ਇਹ ਜਿਹੜੀ ਵਰਕ ਸਟਾਪੇਜ ਹੈ ਖਤਮ ਕਰਨੀ ਪੈਣੀ ਹੈ, ਲੌਕਆਊਟ ਖਤਮ ਕਰਨਾ ਪੈਣਾ। ਪਰ ਹਾਲ ਦੀ ਘੜੀ ਉਹ ਅਜਿਹਾ ਨਹੀਂ ਕਰ ਰਹੇ। ਲੇਬਰ ਕੋਡ ਦੇ ਸੈਕਸ਼ਨ 105 ਤਹਿਤ ਦੋਹਾਂ ਧਿਰਾਂ ਨੂੰ ਇਹ ਕਿਹਾ ਗਿਆ ਕਿ ਬਾਰਗੇਨਿੰਗ ਟੇਬਲ ਤੇ ਵਾਪਸ ਜਾ ਕੇ ਆਪਣੀ ਗੱਲਬਾਤ ਨਿਬੇੜੋ ਤੇ ਇਹਦੇ ਵਿੱਚ ਜਿਹੜਾ ਹੱਲ ਹੈ ਉਹ ਲੱਭੋ। ਜਿਹੜਾ ਕੰਮ ਕਾਜ ਪ੍ਰਭਾਵਿਤ ਹੋਇਆ ਉਹ ਕੱਲਾ ਇੱਥੇ ਵੈਨਕੂਵਰ ਵਾਲੇ ਆਪਣੇ ਜਿਹੜੇ BC ਦੇ ਪੋਰਟਸ ਨੇ ਇੱਥੇ ਹੀ ਨਹੀਂ ਹੋਇਆ। ਬਾਏ ਦ ਵੇ ਇੱਥੇ ਜ਼ਿਆਦਾਤਰ ਜਿਹੜੀ ਮੈਜੋਰਿਟੀ ਆ ਇਹਨਾਂ ਫੋਰਮੈਨ ਦੀ ਜਿਹੜੇ ਇਸ ਵੇਲੇ ਵਰਕ ਸਟਾਪੇਜ ਕਰਕੇ ਕੰਮ ਨਹੀਂ ਕਰ ਪਾ ਰਹੇ, ਜ਼ਿਆਦਾਤਰ ਤੇ ਆਫਕੋਰਸ ਵੈਨਕੂਵਰ ਦੇ ਵਿੱਚ ਹੀ ਨੇ। 70 ਕੁ ਜਾਣੇ ਪ੍ਰਿੰਸ ਰੂਪਰਟ ਦੇ ਵਿੱਚ ਨੇ, 20 ਕੁ ਜਾਣੇ ਨਨਾਇਮੋ ਦੇ ਵਿੱਚ ਵੀ ਹੈਗੇ ਨੇ। ਤੇ ਮੌਂਟਰੀਅਲ ਵਾਲਾ ਜਿਹੜਾ ਪੋਰਟ ਆ ਉੱਥੇ ਵੀ 31 ਅਕਤੂਬਰ ਤੋਂ 2 ਟਰਮੀਨਲਸ ਦੇ ਉੱਪਰ ਕੰਮਕਾਜ ਉੱਥੇ ਸਟ੍ਰਾਈਕ ਚੱਲਦੀ ਪਈ ਆ। ਜਿਹੜੀ ਉੱਥੋਂ ਵਾਲੀ ਯੂਨੀਅਨ ਹੈਗੀ ਆ ਉਹ ਕਹਿੰਦੇ ਸਾਨੂੰ ਸਾਲ ਹੋ ਗਿਆ ਤਕਰੀਬਨ ਬਾਰਗੇਨਿੰਗ ਕਰਦਿਆਂ ਨੂੰ, ਤੇ ਸਾਡੀ ਵੀ ਕੋਈ ਜਿਹੜੀ ਗੱਲਬਾਤ ਆ ਉਹ ਨਹੀਂ ਨੇਪਰੇ ਚੜ੍ਹਦੀ ਪਈ। ਉਹ ਕਹਿ ਰਹੇ ਨੇ ਕਿ ਸਰਕਾਰ ਉਹਦੇ ਵਿੱਚ ਦਖਲ ਅੰਦਾਜ਼ੀ ਕਰਕੇ ਮੌਂਟਰੀਅਲ ਵਾਲੇ ਪੋਰਟ ਵਾਲੇ ਪਾਸੇ ਵੀ ਕੰਮਕਾਜ ਖੁਲਾਵੇ। ਹੁਣ ਜੇ ਦੋਹੇ ਪਾਸੇ ਪੋਰਟ ਤੇ ਕੰਮ ਇੱਦਾਂ ਠੱਪ ਹੋਇਆ ਪਿਆ, ਕੈਨੇਡਾ ਦੀ ਜਿਹੜੀ ਐਜ਼ ਅ ਟ੍ਰੇਡਿੰਗ ਪਾਰਟਨਰ ਰੈਪੂਟੇਸ਼ਨ ਆ ਉਹਨੂੰ ਵੀ ਬਹੁਤ ਵੱਡੀ ਢਾਹ ਲੱਗਦੀ ਆ। ਐਂਡ ਜਿਹੜੀ ਹੁਣ ਇਕੋਨਮੀ ਦੇ ਵਿੱਚ ਆਲਰੇਡੀ ਕਾਫੀ ਹੁਣ ਡਾਵਾਂਡੋਲ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਆ ਪੋਰਟਸ ਦੇ ਉੱਪਰ ਕੰਮਕਾਜ ਜਿੰਨੇ ਚਿਰ ਠੱਪ ਰਹਿਣਾ ਉਹਦਾ ਜਿਹੜਾ ਰਿਪਲ ਇਫੈਕਟ ਆ ਇਕੋਨਮੀ ਦੇ ਵਿੱਚ ਉਹ ਬਹੁਤ ਡੂੰਘਾ ਤੇ ਬਹੁਤ ਤੇਜ਼ੀ ਨਾਲ ਫੀਲ ਹੋਣਾ ਸ਼ੁਰੂ ਹੋ ਜਾਣਾ। ਸੋ ਲਾਈਕ ਆਈ ਸੈਡ ਕਿ ਟਰੱਕਿੰਗ ਇੰਡਸਟਰੀ ਆ, ਰੀਟੇਲਰਸ ਨੇ ਜਿਹੜੇ ਜਿਨ੍ਹਾਂ ਨੇ ਸਮਾਨ ਆਰਡਰ ਕੀਤਾ ਹੋਇਆ, ਜਿਨ੍ਹਾਂ ਨੇ ਆਪਣੇ ਜੇ ਸਟੋਰ ਦੇ ਵਿੱਚ ਸਮਾਨ ਪਿਆ ਹੋਏਗਾ ਉਹ ਤਾਂ ਹੀ ਉਹ ਸਮਾਨ ਅੱਗੇ ਵੇਚ ਸਕਣਗੇ। ਜਿਹੜੇ ਹੁਣ ਬ੍ਰਿਕ ਐਂਡ ਮੋਟਰ ਸਟੋਰਸ ਨੇ ਉਹਨਾਂ ਨੂੰ ਤੇ ਆਨਲਾਈਨ ਰੀਟੇਲਰਸ ਤੋਂ ਬਹੁਤ ਜ਼ਿਆਦਾ ਇਸ ਵੇਲੇ ਖਤਰੇ ਪੈਦਾ ਹੋਏ ਨੇ। ਆਹ ਵਾਲਾ ਜਿਹੜਾ ਸਮਾਂ ਹੁੰਦਾ ਬਲੈਕ ਫਰਾਈਡੇ ਵਾਲਾ ਤੇ ਫਿਰ ਹੌਲੀਡੇ ਸੀਜ਼ਨ, ਇਹ ਸਮਾਂ ਹੋਇਆ ਕਰਦਾ ਜਿਹਦੇ ਉੱਪਰ ਸਾਰਾ ਦਾਰੋਮਦਾਰ ਹੁੰਦਾ ਕਈ ਬਿਜ਼ਨਸਿਸ ਦਾ ਕਿ ਉਹਨਾਂ ਦਾ ਇਹ ਸਾਲ ਮੁਨਾਫੇ ਵਾਲਾ ਰਹੇਗਾ ਕਿ ਘਾਟੇ ਵਾਲਾ ਰਹੇਗਾ। ਤੇ ਮੁਨਾਫਾ ਤੇ ਤਾਂ ਹੋਣਾ ਕਿ ਜਿਹੜਾ ਸਮਾਨ ਵੇਚਣਾ ਉਹ ਪਹੁੰਚੇ ਵੀ, ਤੇ ਉਹ ਪਹੁੰਚੇਗਾ ਤਾਂ ਜੇ ਪੋਰਟਸ ਤੇ ਕੰਮ ਚੱਲੂ। ਸੋ ਵੇਖਦੇ ਹਾਂ ਜਿਹੜੀ ਕੱਲ੍ਹ ਤੋਂ ਹੁਣੇ ਦੁਬਾਰਾ ਤੋਂ ਨੈਗੋਸੀਏਸ਼ਨ ਇੱਥੇ ਸ਼ੁਰੂ ਹੋ ਰਹੀ ਹੈ ਯੂਨੀਅਨ ਤੇ ਜਿਹੜੇ ਇੰਪਲੋਇਰ ਦੀ ਐਸੋਸੀਏਸ਼ਨ ਵਿਚਕਾਰ, ਉਹ ਹੋਪਫੁਲੀ ਕਿਸੇ ਤਣ ਪੱਤਣ ਲੱਗੇ। ਕੁਇਕਲੀ ਇੱਕ ਹੋਰ ਹੜਤਾਲ ਬਾਰੇ ਵੀ ਗੱਲ ਕਰ ਲਈਏ। ਕੈਨੇਡਾ ਪੋਸਟ ਦੇ ਵਰਕਰਸ ਉਹਨਾਂ ਨੇ ਕੱਲ੍ਹ ਰੈਲੀਆਂ ਕੀਤੀਆਂ ਨੇ ਕਿਉਂਕਿ ਉਹ ਵੀ ਇਸ ਵੇਲੇ ਜੌਬ ਐਕਸ਼ਨ ਸ਼ੁਰੂ ਕਰਨ ਦੀ ਸਥਿਤੀ ਦੇ ਵਿੱਚ ਤੇ ਹੈਗੇ ਨੇ। 95% ਤੋਂ ਵੀ ਵੱਧ ਕੈਨੇਡਾ ਪੋਸਟ ਦੇ ਵਰਕਰਸ ਨੇ ਪਿਛਲੇ ਹਫ਼ਤੇ ਐਂਡ ਆਫ ਅਕਤੂਬਰ, ਐਕਚੁਅਲੀ 30 ਅਕਤੂਬਰ ਦੀ ਗੱਲ ਹੈ ਇਹ, ਉਹਨਾਂ ਨੇ ਐਂਡ ਆਫ ਲਾਸਟ ਮੰਥ 95% ਤੋਂ ਵੀ ਵੱਧ ਕਾਮਿਆਂ ਨੇ ਸਟ੍ਰਾਈਕ ਦੇ ਹੱਕ ਵਿੱਚ ਵੋਟ ਪਾਈ ਸੀ ਕੈਨੇਡਾ ਪੋਸਟ ਵਾਲਿਆਂ ਨੇ। ਪਰ 72 ਘੰਟੇ ਦਾ ਸਟ੍ਰਾਈਕ ਨੋਟਿਸ ਅਜੇ ਵੀ ਜਾਰੀ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਇੰਪਲੋਇਰ ਵੱਲੋਂ ਕਰਾਊਨ ਕਾਰਪੋਰੇਸ਼ਨ ਵੱਲੋਂ ਲੌਕਆਊਟ ਨੋਟਿਸ ਹੀ ਜਾਰੀ ਕੀਤਾ ਗਿਆ, ਸਿਰਫ ਇਸ ਉਮੀਦ ਦੇ ਵਿੱਚ ਕਿ ਹੋਪਫੁਲੀ ਗੱਲਬਾਤ ਬਣ ਜਾਏਗੀ। ਪਰ ਗੱਲ ਬਣਦੀ ਅਜੇ ਵੀ ਨਜ਼ਰ ਨਹੀਂ ਆ ਰਹੀ। ਯੂਨੀਅਨ ਨੇ ਇਹ ਕਿਹਾ, ਕੈਨੇਡਾ ਪੋਸਟਲ ਵਰਕਰਸ ਦੀ ਯੂਨੀਅਨ ਨੇ, ਕਿ ਜੇ ਲੋੜ ਪਈ ਤੇ ਅਸੀਂ ਜੇ ਹੜਤਾਲ ਸਾਨੂੰ ਕਰਨੀ ਪੈਂਦੀ ਅਸੀਂ ਹੜਤਾਲ ਕਰ ਵੀ ਦੇਵਾਂਗੇ। ਸਟ੍ਰਾਈਕ ਪੋਜੀਸ਼ਨ ਦੇ ਵਿੱਚ ਆਲਰੇਡੀ ਹੈਗੇ ਨੇ। 72 ਘੰਟੇ ਦਾ ਸਟ੍ਰਾਈਕ ਨੋਟਿਸ ਜਾਰੀ ਨਹੀਂ ਕੀਤਾ ਗਿਆ। ਉੱਥੇ ਮੇਨ ਰੇੜਕਾ ਕੀ ਆ? ਚਲੋ ਤਨਖਾਹਾਂ ਦੀ ਗੱਲ ਤੇ ਵਰਕਿੰਗ ਕੰਡੀਸ਼ਨਸ ਦੀ ਗੱਲ ਤੇ ਹੈ, ਪਰ ਦ ਮੇਨ ਸਟਿਕਿੰਗ ਪੁਆਇੰਟ ਇਜ਼ ਕਿ ਕੈਨੇਡਾ ਪੋਸਟ ਕਰਾਊਨ ਕਾਰਪੋਰੇਸ਼ਨ ਇਹ ਚਾਹੁੰਦਾ ਕਿ 7 ਦਿਨ ਪਾਰਸਲ ਡਿਲੀਵਰੀ ਹੋਵੇ। ਤੇ ਜਿਹੜੇ ਯੂਨੀਅਨ ਮੈਂਬਰਸ ਨੇ ਉਹਨਾਂ ਦਾ ਇਹ ਕਹਿਣਾ ਕਿ ਜੇ 7 ਦਿਨ ਪਾਰਸਲ ਡਿਲੀਵਰੀ ਹੁੰਦੀ ਆ ਉਹਦਾ ਇੰਪੈਕਟ ਇੱਕ ਤੇ ਵੈਸੇ ਹੀ ਜਿਹੜਾ ਉਹ ਵਰਕਲੋਡ ਆ ਉਹਦੀ ਜਿਹੜੀ ਰੀਡਿਸਟ੍ਰੀਬਿਊਸ਼ਨ ਹੋਣੀ ਆ ਉਹਦੇ ਕਰਕੇ ਜਿਹੜਾ ਵੀਕਡੇ ਦਾ ਹਾਈ ਪੇਇੰਗ ਵਰਕਲੋਡ ਆ ਉਹ ਇੰਪੈਕਟ ਹੋ ਸਕਦਾ। ਸੋ ਕੈਨੇਡਾ ਪੋਸਟ ਨੂੰ 7 ਦਿਨ ਜਿਹੜਾ ਕਰਾਊਨ ਕਾਰਪੋਰੇਸ਼ਨ ਹੈ 7 ਡੇ ਪਾਰਸਲ ਡਿਲੀਵਰੀ ਚਾਹੁੰਦਾ, ਤੇ ਜਿਹੜੀ ਯੂਨੀਅਨ ਹੈ ਵਰਕਰਸ ਦੀ, ਪੋਸਟਲ ਵਰਕਰਸ ਦੀ, ਉਹ ਇਸ ਦੇ ਖਿਲਾਫ ਨੇ। ਕੈਨੇਡਾ ਪੋਸਟ ਨੂੰ ਵੀ ਬੜੀਆਂ ਚੁਣੌਤੀਆਂ ਨੇ। 2018 ਤੋਂ ਲੈ ਕੇ ਹੁਣ ਤੱਕ ਕੈਨੇਡਾ ਪੋਸਟ $3 ਬਿਲੀਅਨ ਦਾ ਘਾਟਾ ਖਾ ਚੁੱਕਾ ਤੇ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ $490 ਮਿਲੀਅਨ ਦਾ ਘਾਟਾ ਕੈਨੇਡਾ ਪੋਸਟ ਨੂੰ ਪੈ ਚੁੱਕਾ ਹੋਇਆ। ਪ੍ਰਾਈਵੇਟ ਡਿਲੀਵਰੀ ਸਰਵਿਸਿਜ਼, ਜਿਹੜੀ ਆਨਲਾਈਨ ਰੀਟੇਲਰਸ, ਐਮਾਜ਼ੋਨ ਵਰਗਿਆਂ ਦਾ ਤਾਂ ਡਿਲੀਵਰੀ ਦਾ ਵੀ ਆਪਣਾ ਹੀ ਸਾਰਾ ਤੰਤਰ ਆ, ਉਹ ਸਭ ਦੇ ਕਰਕੇ ਜਿਹੜਾ ਕੈਨੇਡਾ ਪੋਸਟ ਵਾਸਤੇ ਜਿਹੜਾ ਕੰਪੀਟੀਸ਼ਨ ਆ ਉਹ ਹੁਣ ਇੰਨਾ ਵੱਧ ਗਿਆ ਹੋਇਆ ਕਿ ਕਰਾਊਨ ਕਾਰਪੋਰੇਸ਼ਨ ਦਾ ਕਹਿਣਾ ਵੀ ਸਿਰਫ 5 ਦਿਨ ਕੰਮ ਕਰਕੇ ਵੀਕਡੇਜ਼ ਦੇ ਵਿੱਚ ਹੀ ਪੈਕੇਜਸ ਡਿਲੀਵਰ ਕਰਕੇ ਅਸੀਂ ਕੰਪੀਟ ਨਹੀਂ ਕਰ ਸਕਾਂਗੇ। ਸੋ ਉਧਰ ਇਹ ਬੜੀ ਸਾਰੀ ਗੱਲ ਹੈ ਜੀ, ਉਹਦੇ ਕਰਕੇ ਰੇੜਕਾ ਬਣਿਆ। ਵੇਖਦੇ ਹਾਂ ਉਹਦਾ ਵੀ ਕੀ ਬਣਦਾ।
BC ਦੇ ਚੋਣ ਨਤੀਜੇ ਅਜੇ ਤੱਕ ਫਾਈਨਲਾਈਜ਼ ਨਹੀਂ ਹੋ ਸਕੇ। ਰੀਜ਼ਨ ਉਹਦਾ ਇਹ ਆ ਕਿ ਕੁਝ ਜਿਹੜੀਆਂ ਸੀਟਾਂ ਦੇ ਉੱਪਰ ਜੁਡੀਸ਼ੀਅਲ ਰੀਕਾਊਂਟ ਹੋਣਾ, ਇੱਕ ਬਕਸਾ ਜਿਹੜਾ ਪਿਛਲੇ ਦਿਨੀ ਮਿਲ ਗਿਆ ਸੀ ਪ੍ਰਿੰਸ ਜਾਰਜ ਮੈਕੈਂਜੀ ਵਾਲੇ ਪਾਸਿਓਂ, ਉਹਨੇ ਇੱਕ ਲਹਿਦਾ ਰੇੜਕਾ ਖੜਾ ਕਰ ਦਿੱਤਾ। ਅੱਛਾ, ਜੁਡੀਸ਼ੀਅਲ ਰੀਕਾਊਂਟ ਹੁਣ ਚੱਲਦਾ ਪਿਆ, ਸੋ ਉਹਦੇ ਬਾਰੇ ਕੁਇਕਲੀ ਗੱਲ ਕਰ ਲਈਏ। ਇੱਕ ਤੇ ਜਿਹੜੇ ਆਹ ਪ੍ਰਿੰਸ ਜਾਰਜ ਮੈਕੈਂਜੀ ਵਾਲੀ ਰਾਈਡਿੰਗ ਦੇ ਵਿੱਚੋਂ 861 ਵੋਟਾਂ ਵਾਲਾ ਬਕਸਾ ਲੱਭ ਗਿਆ ਸੀ। ਉੱਥੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੀ ਲੀਡ 5700 ਵੋਟਾਂ ਤੋਂ ਵੀ ਜ਼ਿਆਦਾ ਦੀ ਸੀ। ਸੋ ਉੱਥੇ ਜਿਹੜਾ ਰੀਕਾਊਂਟ ਵਗੈਰਾ ਉਹ ਕਰ ਲਿਆ ਗਿਆ। ਆਫਕੋਰਸ ਉਹਦਾ ਕੋਈ ਫਰਕ ਨਹੀਂ ਸੀ ਪੈਣਾ, ਕਿਉਂਕਿ 861 ਵੋਟਾਂ 5700 ਤੋਂ ਵੀ ਵੱਧ ਵੋਟਾਂ ਦੀ ਲੀਡ ਨੂੰ ਫਲਿੱਪ ਨਹੀਂ ਕਰ ਸਕਦੀਆਂ। ਜਸਟ ਸਿੰਪਲ ਮੈਥ, ਰਾਈਟ। ਸੋ ਪਰ ਇਹਦੇ ਨਾਲ ਹੀ ਵੱਖੋ ਵੱਖਰੀਆਂ ਹੋਰ ਰਾਈਡਿੰਗਸ ਦੇ ਵਿੱਚੋਂ ਕੁਝ ਜਿਹੜੇ ਆਊਟ ਆਫ ਰਾਈਡਿੰਗ ਵੋਟਿੰਗ ਕੀਤੀ ਸੀ ਕੁਝ ਵੋਟਰਸ ਨੇ, ਉਹ ਵੋਟਾਂ ਨਹੀਂ ਸੀ ਗਿਣੀਆਂ ਗਈਆਂ। ਫਿਰ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਹਸਰੀ ਗਿਲਫਰਡ ਵਾਲੀ ਰਾਈਡਿੰਗ ਹੈ, ਜਿਹੜੀ ਬੜੀ ਕਲੋਜ਼ਲੀ ਕੰਟੈਸਟਡ ਰਾਈਡਿੰਗ ਆ, ਜਿਹਦੇ ਵਿੱਚ ਇਲੈਕਸ਼ਨ ਨਾਈਟ ਤੇ BC ਕੰਜ਼ਰਵੇਟਿਵ ਦੇ ਹੋਣਵੀਰ ਰੰਧਾਵਾ 100 ਵੋਟਾਂ ਤੋਂ ਵੀ ਵੱਧ ਫਰਕ ਦੇ ਨਾਲ ਅੱਗੇ ਸੀ। ਉਸ ਤੋਂ ਬਾਅਦ ਜਦੋਂ ਮੇਲ ਇਨ ਬੈਲਟਸ ਤੇ ਐਬਸੈਂਟੀ ਬੈਲਟਸ ਗਿਣੇ ਗਏ, ਫਿਰ ਗੈਰੀ ਬੈਗ NDP ਦੇ ਉਹ ਇੱਥੋਂ 28 ਵੋਟਾਂ ਨਾਲ ਅੱਗੇ ਹੋ ਗਏ। ਪਰ ਜਦੋਂ ਫਿਰ ਇਹ ਗੱਲ ਸਾਹਮਣੇ, ਅੱਛਾ 28 ਵੋਟਾਂ ਦੇ ਫਰਕ ਕਰਕੇ, ਕਿਉਂਕਿ ਉਹ ਆਲਰੇਡੀ ਜਿਹੜਾ ਇਲੈਕਸ਼ਨਸ BC ਦਾ ਫਾਰਮੂਲਾ ਹੈ ਕਿ ਟੋਟਲ ਵੋਟਾਂ ਜਿੰਨੀਆਂ ਪਈਆਂ ਹੁੰਦੀਆਂ, ਜੇ ਉਹਦੇ 1/500th ਤੋਂ ਘੱਟ ਦਾ ਵਿਨਿੰਗ ਮਾਰਜਨ ਹੋਵੇ ਤਾਂ ਆਟੋਮੈਟਿਕ ਜੁਡੀਸ਼ੀਅਲ ਰੀਕਾਊਂਟ ਹੋਣਾ ਹੁੰਦਾ। ਸੋ ਜੁਡੀਸ਼ੀਅਲ ਰੀਕਾਊਂਟ ਜਿਹੜੀ ਇਹ ਵਾਲੀ ਸੀਟ ਹੈ ਸਰੀ ਗਿਲਫਰਡ ਵਾਲੀ, ਇੱਥੇ ਹੋਣਾ ਹੀ ਸੀ, ਆਟੋਮੈਟਿਕਲੀ ਹੋਣਾ ਸੀ, ਜਸਟ ਕਿਉਂਕਿ ਮਾਰਜਨ ਆਫ ਵਿਕਟਰੀ ਘੱਟ ਸੀ। ਇਸੇ ਤਰ੍ਹਾਂ ਕਲੋਨਾ ਵਾਲੀ ਸੀਟ ਤੇ ਵੀ ਕਿਉਂਕਿ 38 ਵੋਟਾਂ ਦਾ ਮਾਰਜਨ ਸੀ, ਉੱਥੇ ਵੀ ਆਟੋਮੈਟਿਕ ਜੁਡੀਸ਼ੀਅਲ ਰੀਕਾਊਂਟ ਹੋਣਾ ਸੀ। ਪਰ ਸਰੀ ਗਿਲਫਰਡ ਵਾਲੀ ਸਥਿਤੀ ਜ਼ਿਆਦਾ ਦਿਲਚਸਪ ਉਦੋਂ ਬਣ ਗਈ ਜਦੋਂ ਆ 861 ਵੋਟਾਂ ਵਾਲੀ ਗੱਲਾਂ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ, ਜਿਹੜਾ ਉਹ ਮੈਕੈਂਜੀ ਦੇ ਵਿੱਚ ਪ੍ਰਿੰਸ ਜਾਰਜ ਮੈਕੈਂਜੀ 'ਚ ਬਕਸਾ ਮਿਲਿਆ, ਉਹਦੇ ਨਾਲ ਹੀ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੀਆਂ 28 ਅਜਿਹੀਆਂ ਵੋਟਾਂ ਸੀਗੀਆਂ ਸਰੀ ਗਿਲਫਰਡ ਨਾਲ ਸੰਬੰਧਿਤ, ਜਿਹੜੀਆਂ ਕਿ ਸਰੀ ਗਿਲਫਰਡ ਦੇ ਵੋਟਰਸ ਨੇ ਕਿਸੇ ਹੋਰ ਰਾਈਡਿੰਗ ਦੇ ਵਿੱਚ ਆਪਣੀ ਵੋਟ ਭੁਗਤਾਈ ਸੀ, ਕਿਉਂਕਿ ਉਹਦਾ ਵੀ ਐਤਕੀ ਪ੍ਰੋਵੀਜ਼ਨ ਸੀਗਾ ਇਲੈਕਸ਼ਨਸ BC ਕੋਡ, ਉਹ ਵੋਟਾਂ ਗਿਣੀਆਂ ਨਹੀਂ ਗਈਆਂ। ਜਦੋਂ ਮੇਲ ਇਨ ਬੈਲਟਸ ਤੇ ਐਬਸੈਂਟੀ ਬੈਲਟਸ ਦੀ ਗਿਣਤੀ ਹੋਈ, ਸੋ ਇਹਦਾ ਜਿਹੜੀ ਟਾਈਮ ਲਾਈਨ ਦੇਖੀ ਹੈ, ਜਦੋਂ 19 ਅਕਤੂਬਰ ਨੂੰ ਵੋਟਾਂ ਪੈਂਦੀਆਂ ਨੇ, 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸਰੀ ਗਿਲਫਰਡ ਦੇ ਵਿੱਚ ਹੋਣਵੀਰ ਰੰਧਾਵਾ BC ਕੰਜ਼ਰਵੇਟਿਵ ਕੈਂਡੀਡੇਟ 100 ਵੋਟਾਂ ਤੋਂ ਵੀ ਵੱਧ ਦੇ ਫਰਕ ਨਾਲ ਅੱਗੇ। ਜਦੋਂ ਮੇਲ ਇਨ ਬੈਲਟਸ ਤੇ ਐਬਸੈਂਟੀ ਬੈਲਟਸ ਗਿਣੇ ਜਾਂਦੇ ਨੇ, ਉਸ ਤੋਂ ਬਾਅਦ ਗੈਰੀ ਬੈਗ 28 ਵੋਟਾਂ ਤੋਂ ਅੱਗੇ ਹੋ ਜਾਂਦੇ ਨੇ। ਪਰ ਜਦੋਂ ਆਹ ਪਤਾ ਲੱਗਦਾ ਵੀ ਕੁਝ ਵੋਟਾਂ 27 ਵੋਟਾਂ ਤੋਂ ਅੱਗੇ ਹੋ ਗਏ ਸੀ, ਸੌਰੀ ਗੈਰੀ ਬੈਗ 27 ਵੋਟਸ, ਫਿਰ ਪਤਾ ਲੱਗਿਆ ਵੀ ਇਸੇ ਹੀ ਰਾਈਡਿੰਗ ਨਾਲ ਸੰਬੰਧਿਤ 28 ਵੋਟਾਂ ਇਹੋ ਜਿਹੀਆਂ ਸੀ ਜਿਹੜੀਆਂ ਗਿਣੀਆਂ ਨਹੀਂ ਗਈਆਂ। ਜਦੋਂ ਉਹ 28 ਵੋਟਾਂ ਫੈਕਟਰ ਇਨ ਕੀਤੀਆਂ ਗਈਆਂ, ਗੈਰੀ ਬੈਗ ਦੀ ਲੀਡ 27 ਤੋਂ ਘੱਟ ਕੇ 21 ਵੋਟਾਂ ਦੀ ਰਹਿ ਗਈ। ਸੋ ਹੁਣ ਜਿਹੜਾ ਜੁਡੀਸ਼ੀਅਲ ਰੀਕਾਊਂਟ ਚੱਲਦਾ ਪਿਆ, ਉਹਦੇ ਵਿੱਚ ਸਰੀ ਗਿਲਫਰਡ ਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਨੇ। ਜੁਡੀਸ਼ੀਅਲ ਰੀਕਾਊਂਟ ਦਾ ਤਰੀਕਾ ਹੈ ਕਿ ਟੋਟਲ 19,090 ਵੋਟਾਂ ਨੇ ਜਿਹੜੀਆਂ ਸਰੀ ਗਿਲਫਰਡ ਨਾਲ ਸੰਬੰਧਿਤ ਨੇ। ਉਹ 19,090 ਜਿਹੜੇ ਬੈਲਟਸ ਨੇ, 10 ਜਾਣੇ ਉਹਨਾਂ ਨੂੰ ਹੱਥੀਂ ਰੀਕਾਊਂਟ ਕਰਦੇ ਪਏ ਨੇ। ਉੱਥੇ ਇੱਕ ਜਿਹੜੀ ਥਾਂ ਤੇ ਰੀਕਾਊਂਟ ਚੱਲਦਾ ਪਿਆ, ਇੱਕ ਰੈਂਟਡ ਵੇਅਰ ਹਾਊਸ ਦੇ ਵਿੱਚ, ਉੱਥੇ ਪੋਲੀਟੀਕਲ ਪਾਰਟੀਜ਼ ਦੇ ਸਕਰੂਟਨੀਅਰਸ ਵੀ ਬੈਠੇ ਨੇ। ਸੋ 10 ਜਾਣੇ ਜਿਹੜੇ ਕਿ ਐਨਵਲਪਸ ਦੇ ਵਿੱਚੋਂ ਵੇਖਦੇ ਨੇ ਕਿ ਕਿਹੜੀ ਕਿਹੜੀ ਵੋਟ ਆ। ਜਦੋਂ ਵੋਟ ਦੇ ਵਿੱਚ ਉਹ ਵੋਟ ਵਾਲਾ ਜਿਹੜਾ ਬੈਲਟ ਪੇਪਰ ਕੱਢਦੇ ਨੇ, ਜਿਹੜੇ ਪਾਰਟੀਆਂ ਦੇ ਸਕਰੂਟਨੀਅਰ ਸਾਹਮਣੇ ਬੈਠੇ ਨੇ ਉਹਨਾਂ ਨੂੰ ਦਿਖਾਉਂਦੇ ਨੇ। ਸੋ ਉੱਥੇ ਜਿਹੜੇ ਪਾਰਟੀਆਂ ਦੇ ਬੰਦੇ ਬੈਠੇ ਨੇ ਨਿਗਰਾਨੀ ਕਰਨ ਨੂੰ, ਜੇ ਉਹ ਕਹਿੰਦੇ ਨੇ ਵੀ ਹਾਂ ਠੀਕ ਆ, ਵੀ ਇਹਦੇ ਵਿੱਚ ਜਿਹੜੀ ਨਿਸ਼ਾਨੀ ਲੱਗੀ ਆ ਬਿਲਕੁਲ ਸਹੀ ਆ, ਫਿਰ ਉਸ ਵੋਟ ਦੀ ਗਿਣਤੀ ਕਰ ਲਈ ਜਾਂਦੀ ਆ। ਜੇ ਕਿਤੇ ਕੋਈ ਡਿਸਪਿਊਟ ਹੁੰਦਾ, ਫਿਰ ਉੱਥੇ ਹੀ ਜਿਹੜੇ BC ਸੁਪਰੀਮ ਕੋਰਟ ਦੇ ਜਸਟਿਸ ਨੇ ਕੈਵਿਨ ਲੂ, ਉਹ ਬੈਠੇ ਨੇ। ਫਿਰ ਜਸਟਿਸ ਕੈਵਿਨ ਲੂ ਦੇ ਕੋਲ ਡਿਸਪਿਊਟਡ ਬੈਲਟ ਲਿਜਾਇਆ ਜਾਂਦਾ ਕਿ ਆਹ ਲਓ ਜੀ, ਇਹਨੂੰ ਲੈ ਕੇ ਇਸ ਤਰ੍ਹਾਂ ਦਾ ਰੇੜਕਾ ਪਿਆ ਹੋਇਆ, ਤੁਸੀਂ ਕੀ ਕਹਿੰਦੇ ਹੋ, ਇਹ ਵੋਟ ਕਿਹਦੇ ਹੱਕ 'ਚ ਜਾਂਦੀ ਆ। ਫਿਰ ਜਿਹੜੇ ਵੱਖੋ ਵੱਖਰੀਆਂ ਪਾਰਟੀਆਂ ਨੇ, ਉਹਨਾਂ ਦੇ ਵਕੀਲ ਵੀ ਉੱਥੇ ਮੌਜੂਦ ਨੇ, ਉਹਨਾਂ ਦੇ ਫਿਰ ਆਰਗੂਮੈਂਟਸ, ਉਹਨਾਂ ਦੀਆਂ ਦਲੀਲਾਂ ਸੁਣਦੇ ਨੇ ਜਸਟਿਸ ਕੈਵਿਨ ਲੂ, ਅਤੇ ਫਿਰ ਉਹ ਦੱਸਦੇ ਨੇ ਵੀ ਇਹ ਵੋਟ ਰਿਜੈਕਟ ਹੋਣੀ ਆ ਜਾਂ ਇਸ ਵੋਟ ਨੂੰ ਕਿਸੇ ਪਾਰਟੀ ਦੇ ਖਾਤੇ ਵਿੱਚ ਪਾਇਆ ਜਾਣਾ। ਹੁਣ ਕਈਆਂ ਦੇ ਮਨ 'ਚ ਸਵਾਲ ਆਏਗਾ ਵੀ ਰਿਜੈਕਸ਼ਨ ਵਾਲੀ ਜਾਂ ਇਹਨੂੰ ਲੈ ਕੇ ਦਵੰਦ ਕਿਵੇਂ ਪੈਦਾ ਹੋ ਰਿਹਾ। ਹੋਇਆ ਕਿ ਦੇਖੋ, ਜਦੋਂ ਇਲੈਕਸ਼ਨ ਅਸੀਂ ਉਦੋਂ ਵੀ ਗੱਲ ਕਰਦੇ ਸੀ ਕਿ ਜਿਹੜੇ ਵੱਖੋ ਵੱਖਰੇ ਕੈਂਡੀਡੇਟਸ ਦੇ ਨਾਮ ਦੇ ਸਰਕਲ ਵਾਏ ਹੋਏ ਨੇ, ਉੱਥੇ ਬੈਲਟ ਪੇਪਰ ਦੇ ਉੱਪਰ ਵੀ ਇੰਸਟਰਕਸ਼ਨ ਸੀ, ਜਾਂ ਤਾਂ ਉਹਦੇ ਵਿੱਚ ਕਾਟੀ ਵਾਹ ਦਿਓ ਕ੍ਰਾਸ ਦਾ ਸਾਈਨ, ਜਾਂ ਉਹਨੂੰ ਡਾਰਕ ਕਲਰ ਕਰਕੇ ਉਹਨੂੰ ਬਲੈਕ ਕਰ ਦਿਓ ਪੂਰਾ, ਹੈ ਨਾ। ਹੁਣ ਹੋਇਆ ਕਿ ਵੀ ਕਈ ਵਿਅਕਤੀਆਂ ਨੇ, ਉਦੋਂ ਵੀ ਆਪਾਂ ਇਹ ਗੱਲ ਕੀਤੀ ਸੀ ਵੀ ਕ੍ਰਾਸ ਦਾ ਜਿਹੜਾ ਸਾਈਨ ਹੈ, ਕਈਆਂ ਨੂੰ ਇਹ ਲੱਗ ਸਕਦਾ ਵੀ ਮੈਂ ਇਸ ਦੇ ਨਾਮ ਦੇ ਮੂਹਰੇ ਕਾਟਾ ਮਾਰਨ ਦਾ ਮਤਲਬ ਇਹ ਆ ਕਿ ਮੈਂ ਇਸ ਉਮੀਦਵਾਰ ਨੂੰ ਨਹੀਂ ਚਾਹੁੰਦਾ। ਸੋ ਕਈਆਂ ਨੇ ਕੀ ਕੀਤਾ
ਕਿ ਜਿਹਨੂੰ ਉਹ ਚੁਣਨਾ ਚਾਹੁੰਦੇ ਸੀ ਉਹਦਾ ਬਕਸਾ ਖਾਲੀ ਛੱਡਤਾ, ਬਾਕੀਆਂ ਦੇ ਨਾਮ ਮੂਹਰੇ ਕਾਟਾ ਮਾਰਤਾ। ਸੋ ਦਲੀਲ ਜਿਹੜੀ ਇਹ ਪੇਸ਼ ਕੀਤੀ ਜਾਂਦੀ ਹੈ ਵੀ ਦੇਖੋ, ਜੇ ਮੰਨ ਲਓ 3 ਉਮੀਦਵਾਰ ਸੀ ਜਾਂ ਕਿਸੇ ਰਾਈਡਿੰਗ ਦੇ ਵਿੱਚ 2 ਹੀ ਉਮੀਦਵਾਰ ਸੀ, ਜੇ ਕਿਸੇ ਵੋਟਰ ਨੇ ਇੱਕ ਉਮੀਦਵਾਰ ਦਾ ਖਾਨਾ ਖਾਲੀ ਛੱਡਿਆ ਤੇ ਬਾਕੀਆਂ ਦੇ ਕਾਟੇ ਮਾਰ ਦਿੱਤੇ ਨੇ, ਮੋਰ ਦੈਨ 1 ਦੇ ਅੱਗੇ ਕਾਟੇ ਲਾਤੇ, ਤਾਂ ਕੀ ਇਹ ਮੰਨਿਆ ਨਹੀਂ ਜਾ ਸਕਦਾ ਕਿ ਅਸਲ ਦੇ ਵਿੱਚ ਜਿਹੜਾ ਉਹ ਵੋਟਰ ਸੀ, ਉਹ ਜਿਹਦਾ ਖਾਨਾ ਉਹਨੇ ਖਾਲੀ ਛੱਡਿਆ ਉਹਦੇ ਹੱਕ ਵਿੱਚ ਵੋਟ ਪਾਉਣੀ ਚਾਹੁੰਦਾ ਸੀ। ਸੋ ਇਦਾਂ ਦੇ ਕਈ ਬੈਲਟ ਨੇ ਜਿਹੜੇ ਹੁਣ ਜਸਟਿਸ ਲੂ ਨੇ ਰਿਜੈਕਟ ਕੀਤੇ ਨੇ, ਕਿਉਂਕਿ ਜੋ ਇਨਸਟਰਕਸ਼ਨ ਹੈ ਉਹ ਬੜੀ ਕਲੀਅਰ ਆ ਕਿ ਤੁਸੀਂ ਜਿਹਦੇ ਹੱਕ ਦੇ ਵਿੱਚ ਵੋਟ ਪਾਉਣੀ ਆ ਉਹਦੇ ਨਾਂ ਦੇ ਮੂਹਰੇ ਕਾਟੀ ਵਾਉਣੀ ਸੀ, ਜਾਂ ਫਿਰ ਉਹ ਸਰਕਲ ਨੂੰ ਤੁਸੀਂ ਡਾਰਕ ਕਰਨਾ ਸੀ, ਬਲੈਕ ਆਊਟ ਕਰਨਾ ਸੀ। ਸੋ ਇਸ ਤਰ੍ਹਾਂ ਦੇ ਕੁਝ ਬੈਲਟਸ ਨੇ ਜਿਹੜੇ ਫਿਰ ਜਸਟਿਸ ਲੂ ਦੇ ਸਾਹਮਣੇ ਲਿਜਾਏ ਜਾਂਦੇ ਨੇ। ਸੋ ਹੁਣੇ 19,000 ਤੋਂ ਵੀ ਵੱਧ ਬੈਲਟਸ ਦੀ ਹੱਥੀਂ ਗਿਣਤੀ ਜਿਹੜੀ ਚੱਲਦੀ ਪਈ ਆ। ਉਮੀਦ ਅੱਜ ਇਹ ਆ ਕਿ ਸਰੀ ਗਿਲਫਰਡ ਵਾਲੇ ਇਸ ਜਿਹੜੀ ਜੁਡੀਸ਼ੀਅਲ ਰੀਕਾਊਂਟ ਆ ਇਹ ਅੱਜ ਮੁਕੰਮਲ ਹੋ ਜਾਏਗਾ। ਸੋ ਅੱਜ ਹੋਪਫੁਲੀ ਦੁਪਹਿਰ ਤੱਕ ਜਿਹੜੇ ਨਤੀਜੇ ਨੇ ਉਹ ਸਰਟੀਫਾਈ ਕਰ ਦਿੱਤੇ ਜਾਣਗੇ। ਬਾਕੀ ਜੇ ਇਲੈਕਸ਼ਨ ਦੇ ਸੰਦਰਭ 'ਚ ਗੱਲ ਕਰੀਏ, ਕੱਲ੍ਹ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਹੁਣ ਆਉਂਦੇ ਦਿਨਾਂ ਦੇ ਵਿੱਚ 12 ਤੇ 13 ਤਰੀਕ ਨੂੰ ਜਿਹੜੇ ਨਵੇਂ ਚੁਣੇ ਹੋਏ MLAs ਨੇ, 12 ਤਰੀਕ ਨੂੰ ਵਿਰੋਧੀ ਧਿਰਾਂ ਵਾਲੇ, ਸੋ BC ਗ੍ਰੀਨ ਤੇ BC ਕੰਜ਼ਰਵੇਟਿਵ ਵਾਲੇ, ਤੇ 13 ਤਰੀਕ ਨੂੰ BC NDP ਦੇ MLAs ਦਾ ਸਹੁੰ ਚੁੱਕ ਸਮਾਗਮ ਹੈ। 18 ਤਾਰੀਖ ਨੂੰ ਨਵੰਬਰ 18 ਉਦੋਂ ਜਿਹੜੀ ਨਵੀਂ ਕੈਬਨਿਟ ਹੋਏਗੀ ਡੇਵਿਡ ਈਬੀ ਦੀ, ਉਹਨਾਂ ਦਾ ਸਹੁੰ ਚੁੱਕ ਸਮਾਗਮ ਹੋਏਗਾ। ਡੇਵਿਡ ਈਬੀ ਦੇ ਦਫ਼ਤਰ ਦੇ ਵਿੱਚ ਵੀ ਕੁਝ ਰੀਸਟਰਕਚਰਿੰਗ ਚੱਲ ਰਹੀ ਆ। ਕੱਲ੍ਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਜਿਹੜੇ ਡਿਪਟੀ ਚੀਫ ਆਫ ਸਟਾਫ ਨੇ ਡੌਨ ਬੇਨ, ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਹ ਪਿਛਲੇ 7 ਸਾਲਾਂ ਤੋਂ ਪ੍ਰੀਮੀਅਰ ਦੇ ਦਫ਼ਤਰ ਵਿੱਚ ਕੰਮ ਕਰਦੇ ਆ ਰਹੇ ਸੀ, ਤੇ ਹੁਣ ਇਹ ਵੀ ਕੱਲ੍ਹ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਪ੍ਰੀਮੀਅਰ ਡੇਵਿਡ ਈਬੀ ਦੇ ਜਿਹੜੇ ਆਪਣੇ ਚੀਫ ਆਫ ਸਟਾਫ ਨੇ ਮੈਟ ਸਮਿਥ, ਉਹ ਵੀ ਆਪਣਾ ਅਹੁਦਾ ਤਿਆਗ ਰਹੇ ਨੇ। ਮੈਟ ਸਮਿਥ ਪਿਛਲੇ 2 ਸਾਲਾਂ ਤੋਂ ਚੀਫ ਆਫ ਸਟਾਫ ਨੇ ਡੇਵਿਡ ਈਬੀ ਦੇ, ਤੇ ਇਹਨਾਂ ਦਾ ਕੰਮ ਤੇ ਆਖਰੀ ਦਿਨ 20 ਦਸੰਬਰ 2024 ਹੋਵੇਗਾ। ਤੇ ਇਹ ਕਿਹਾ ਜਾ ਰਿਹਾ ਕਿ ਇਹ ਇਨ ਕੰਸਲਟੇਸ਼ਨ ਵਿਦ ਦ ਪ੍ਰੀਮੀਅਰ ਇਹ ਡਿਸੀਜਨ ਲਿਆ ਗਿਆ। ਪ੍ਰੀਮੀਅਰ ਡੇਵਿਡ ਈਬੀ ਨੇ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਪ੍ਰੀਮੀਅਰ ਬਣਨ ਮਗਰੋਂ ਜਿਹੜੇ 2 ਸਾਲ ਸੀ, ਉਹਦੇ ਵਿੱਚ ਗਵਰਨਿੰਗ ਸਟਾਈਲ ਦੇ ਵਿੱਚ ਆਪਾਂ ਬੜੀ ਤਬਦੀਲੀ ਵੇਖੀ ਸੀ। ਡੇਵਿਡ ਈਬੀ ਦੇ ਸਟਾਈਲ ਆਫ ਗਵਰਨੈਂਸ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਇਹਨਾਂ ਨੇ ਕਾਫੀ ਐਡਵਾਈਜ਼ਰ ਹਾਇਰ ਕਰ ਲਏ ਸੀ ਆਪਣੇ ਦਫ਼ਤਰ ਦੇ ਵਿੱਚ ਬੜੀ ਮਹਿੰਗੀਆਂ ਤਨਖਾਹਾਂ ਤੇ। ਇੱਕ ਐਡਵਾਈਜ਼ਰ ਅਜਿਹਾ ਜਿਹਦੀ ਤਨਖਾਹ ਸਾਲਾਨਾ $3.5 ਲੱਖ ਸੀ, ਪ੍ਰੀਮੀਅਰ ਤੋਂ ਵੀ ਜ਼ਿਆਦਾ ਤਨਖਾਹ। ਅੱਛਾ, ਉਹਨਾਂ ਕੰਮਾਂ ਵਾਸਤੇ ਕੈਬਨਿਟ ਮੰਤਰੀ ਵੀ ਹੈਗੇ ਨੇ, ਪਰ ਪ੍ਰੀਮੀਅਰ ਨੇ ਜਿਹੜਾ ਉਹ ਸਾਰਾ ਕੰਮਕਾਜ ਉਹਨੂੰ ਸੈਂਟਰਲਾਈਜ਼ ਕਰਨ ਦੇ ਵਾਸਤੇ ਐਡਵਾਈਜ਼ਰ ਵੀ ਹਾਇਰ ਕੀਤੇ। ਸੋ ਹੁਣ ਕਈਆਂ ਦਾ ਇਹ ਮੰਨਣਾ ਵੀ ਕੀ ਜਿਹੜੇ ਐਡਵਾਈਜ਼ਰ ਨੇ ਉਹ ਹੁਣ ਨਵੀਂ ਐਡਮਿਨਿਸਟ੍ਰੇਸ਼ਨ ਜਾਂ ਕਹਿ ਲਓ ਹੁਣ ਦੁਬਾਰਾ ਤੋਂ ਜਦੋਂ ਸਰਕਾਰ ਦੀ ਵਾਗਡੋਰ ਸੰਭਾਲਦੇ ਨੇ ਡੇਵਿਡ ਈਬੀ, ਤਾਂ ਕੀ ਉਹ ਉਸੇ ਤਰ੍ਹਾਂ ਦਾ ਸਟਾਈਲ ਰੱਖਣਗੇ, ਜਾਂ ਫਿਰ ਜਿਹੜੇ ਕੈਬਨਿਟ ਮਿਨਿਸਟਰਸ ਹੋਣਗੇ ਉਹਨਾਂ ਨੂੰ ਥੋੜ੍ਹਾ ਜ਼ਿਆਦਾ ਕੰਮਕਾਜ ਕਰਨ ਦੀ ਖੁੱਲ੍ਹ ਦਿੱਤੀ ਜਾਏਗੀ, ਜਾਂ ਕੀ ਅਜੇ ਵੀ ਉਹੀ ਸੈਂਟਰਲਾਈਜ਼ਡ ਤਰੀਕਾ ਚੱਲਦਾ ਰਹੇਗਾ ਕਿ ਜਿਹੜੇ ਕੰਮ ਵਾਸਤੇ ਕੈਬਨਿਟ ਮੰਤਰੀ ਵੀ ਹੈਗੇ ਨੇ, ਹੋਰ ਪਬਲਿਕ ਸਰਵਿਸ ਦਾ ਸਟਾਫ ਵੀ ਹੈਗਾ, ਉਸੇ ਕੰਮ ਵਾਸਤੇ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਵਿਸ਼ੇਸ਼ ਐਡਵਾਈਜ਼ਰ ਨਿਯੁਕਤ ਕੀਤੇ ਹੋਏ ਨੇ, ਤੇ ਉਹਨਾਂ ਐਡਵਾਈਜ਼ਰਾਂ ਦੀ ਸਲਾਹ ਤੇ ਪ੍ਰੀਮੀਅਰ ਦੇ ਦਫ਼ਤਰ ਵੱਲੋਂ ਡਿਕਟੇਟ ਕੀਤਾ ਜਾ ਰਿਹਾ ਵੀ ਆਹ ਕੰਮ ਇੱਦਾਂ ਹੋਣਾ ਚਾਹੀਦਾ। ਸੋ ਇਹ ਦੇਖਣਾ ਹੋਏਗਾ ਕਿ ਉਹ ਸੈਂਟਰਲਾਈਜੇਸ਼ਨ ਵਾਲਾ ਮਾਡਲ ਚੱਲਦਾ, ਜਾਂ ਜੌਨ ਹੌਰਗਨ ਦਾ ਜਿਹੜਾ ਡੈਲੀਗੇਸ਼ਨ ਵਾਲਾ ਸਟਾਈਲ ਸੀ, ਜਿਹਦੇ ਵਿੱਚ ਉਹ ਵੱਖੋ ਵੱਖਰੇ ਕੈਬਨਿਟ ਮੰਤਰੀਆਂ ਨੂੰ ਟੀਚੇ ਦੇ ਦਿੰਦੇ ਸੀ, ਕੰਮ ਦੱਸ ਦਿੰਦੇ ਸੀ ਵੀ ਇਹ ਕੰਮ ਕਰਨਾ ਤੇ ਇਹਦੇ ਆਹ ਡਿਲੀਵਰੇਬਲਸ ਨੇ, ਵੀ ਉਹ ਉਸ ਹਿਸਾਬ ਨਾਲ ਚੱਲੇਗਾ ਤੇ ਉਹ ਡੈਲੀਗੇਸ਼ਨ ਵਾਲਾ ਮਾਡਲ ਆਏਗਾ, ਜਾਂ ਅਜੇ ਵੀ ਉਹ ਸੈਂਟਰਲਾਈਜੇਸ਼ਨ ਵਾਲੀ ਗੱਲ ਚੱਲੇਗੀ, ਇਹ ਦੇਖਣਾ ਹੋਏਗਾ। ਅਜੇ ਵੀ ਵੈਸੇ ਜਿਹੜੀ ਟ੍ਰਾਂਜੀਸ਼ਨ ਟੀਮ ਹੈਗੀ ਆ ਪ੍ਰੀਮੀਅਰ ਦੀ, ਉਹਨੂੰ ਡਗ ਵਾਈਟ ਜਿਹੜੇ ਸਪੈਸ਼ਲ ਐਡਵਾਈਜ਼ਰ ਇੰਡੀਜਨਸ ਰੀਕਨਸੀਲੀਏਸ਼ਨ ਦੇ ਰਹੇ ਨੇ ਪਹਿਲਾਂ, ਉਹ ਚੇਅਰ ਕਰ ਰਹੇ ਨੇ। ਨਾਲ ਹੀ ਪ੍ਰੀਮੀਅਰ ਦੇ ਡਿਪਟੀ ਮਿਨਿਸਟਰ ਸ਼ੈਨਨ ਸਲੇਟਰ, ਉਹ ਵੀ ਟ੍ਰਾਂਜੀਸ਼ਨ ਟੀਮ ਦੇ ਵਿੱਚ ਸ਼ਾਮਲ ਨੇ। ਅੱਛਾ, ਕਈਆਂ ਦਾ ਇਹ ਵੀ ਕਹਿਣਾ ਵੀ ਟ੍ਰਾਂਜੀਸ਼ਨ ਕਾਹਦੀ, ਕਿਉਂਕਿ ਜਦੋਂ ਇਲੈਕਸ਼ਨ ਹੋਇਆ ਸੀ ਉਦੋਂ ਵੀ ਇਲੈਕਸ਼ਨ ਤੋਂ ਪਹਿਲਾਂ ਡੇਵਿਡ ਈਬੀ ਪ੍ਰੀਮੀਅਰ, ਹਜੇ ਕੇਅਰ ਟੇਕਰ ਗਵਰਨਮੈਂਟ ਅਜੇ ਵੀ ਡੇਵਿਡ ਈਬੀ ਪ੍ਰੀਮੀਅਰ ਨੇ, ਤੇ ਅਜੇ ਵੀ ਸਰਕਾਰ ਬਣਾਉਣ ਦੀ ਦਾਅਵੇਦਾਰੀ ਜੇ ਗਿਲਫਰਡ ਵਾਲੀ ਸੀਟ ਅੱਜ ਦੇ ਜੁਡੀਸ਼ੀਅਲ ਰੀਕਾਊਂਟ ਤੋਂ ਬਾਅਦ ਹੋਲਡ ਕਰ ਲੈਂਦੀ ਆ, ਤਾਂ ਸਰਕਾਰ ਬਣਾਉਣ ਦੀ ਦਾਅਵੇਦਾਰੀ ਫਿਰ ਡੇਵਿਡ ਈਬੀ ਵੱਲੋਂ ਹੀ ਆ। ਸੋ ਟ੍ਰਾਂਜੀਸ਼ਨ ਤੇ ਕੋਈ ਹੈ ਨਹੀਂ, ਜਾਂ ਟ੍ਰਾਂਜੀਸ਼ਨ ਤਾਂ ਈਬੀ ਸਰਕਾਰ ਤੋਂ ਈਬੀ ਸਰਕਾਰ ਵੱਲ ਹੀ ਹੋਏਗੀ। ਤੇ ਇੱਕ ਇਹ ਵੀ ਨੁਕਤਾ ਨਿਗਾਹ ਉੱਭਰ ਰਿਹਾ ਕਿ ਜਿਹੜੀ ਕੈਬਨਿਟ ਦੀ ਨਿਯੁਕਤੀ ਦੇ ਵਿੱਚ ਸਮਾਂ ਇੰਨਾ ਲਗਾ ਦਿੱਤਾ,
18 ਨਵੰਬਰ ਨੂੰ ਜਦੋਂ ਕੈਬਨਿਟ ਨੇ ਸਹੁੰ ਚੁੱਕਣੀ, ਮਹੀਨਾ ਹੋ ਜਾਣਾ ਇਲੈਕਸ਼ਨ ਹੋਏ ਨੂੰ। 19 ਅਕਤੂਬਰ ਨੂੰ ਇਲੈਕਸ਼ਨ ਹੋਇਆ ਸੀ। ਸਰਕਾਰ ਇਸ ਵੇਲੇ ਕੇਅਰ ਟੇਕਰ ਮੋਡ 'ਚ ਆ, ਜਿਹਦਾ ਮਤਲਬ ਇਹ ਆ ਕਿ ਜਿਹੜੇ ਵੀ ਵੱਖੋ ਵੱਖਰੇ ਮੰਤਰੀ ਇਲੈਕਸ਼ਨ ਤੋਂ ਪਹਿਲਾਂ ਸੀ, ਅਜੇ ਉਹਨਾਂ ਫਾਈਲਾਂ ਦੀ ਜ਼ਿੰਮੇਵਾਰੀ ਉਹਨਾਂ ਮੰਤਰੀਆਂ ਕੋਲ ਹੀ ਆ। 12 ਕੈਬਨਿਟ ਮਿਨਿਸਟਰ ਤੇ ਅਜਿਹੇ ਜਿਹੜੇ ਜਾਂ ਰਿਟਾਇਰਮੈਂਟ ਲੈ ਗਏ ਜਾਂ ਜਿਹੜੇ ਹਾਰ ਗਏ ਇਲੈਕਸ਼ਨ। ਸੋ ਐਗਜ਼ਾਮਪਲ ਆ ਵੀ ਇਸ ਵੇਲੇ ਫਾਈਨੈਂਸ ਮਿਨਿਸਟਰ ਕੈਟਰੀਨ ਕੌਨਰੋਏ ਹੀ ਨੇ, ਪਰ ਕੈਟਰੀਨ ਕੌਨਰੋਏ ਨੇ ਇਲੈਕਸ਼ਨ ਨਹੀਂ ਸੀ ਲੜਿਆ। ਲੇਬਰ ਮਿਨਿਸਟਰ ਵਾਲਾ ਜੇ ਕੋਈ ਕੰਮ ਇਸ ਵੇਲੇ ਕੋਈ ਇਮੀਡੀਏਟਲੀ ਕੋਈ ਲੋੜ ਪੈ ਜਾਂਦੀ ਆ ਤਾਂ ਟੈਕਨੀਕਲੀ ਕੇਅਰ ਟੇਕਰ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰ ਹੈਰੀ ਬੈਂਸ ਨੇ, ਜੋ ਕਿ ਵੈਸੇ ਰਿਟਾਇਰ ਹੋ ਚੁੱਕੇ ਨੇ। ਸੋ ਇਸ ਕਰਕੇ ਕਈਆਂ ਦਾ ਇਹ ਮੰਨਣਾ ਵੀ ਜਿਹੜੀ ਕੈਬਨਿਟ ਦੀ ਨਿਯੁਕਤੀ ਦੇ ਵਿੱਚ ਸਮਾਂ ਇੰਨਾ ਲਗਾ ਦਿੱਤਾ, 18 ਨਵੰਬਰ ਤੱਕ ਦਾ ਇੰਤਜ਼ਾਰ ਕੀਤਾ ਜਾ ਰਿਹਾ ਵੀ ਉਹਦੇ ਨਾਲ ਵਕਤ ਬੜਾ ਜ਼ਾਇਆ ਕਰ ਦਿੱਤਾ ਗਿਆ। ਆਫ ਕੋਰਸ ਰਿਜ਼ਲਟਸ ਸਰਟੀਫਾਈ ਹੋਣੇ ਜ਼ਰੂਰੀ ਨੇ। ਇਹ ਹੋ ਸਕਦਾ ਕਿ ਡੇਵਿਡ ਈਬੀ ਇਸ ਗੱਲ ਦਾ ਇੰਤਜ਼ਾਰ ਕਰਦੇ ਹੋਣ ਕਿ ਗੈਰੀ ਬੈਗ ਨੂੰ ਜੇ ਕੈਬਨਿਟ ਦੇ ਵਿੱਚ ਪੋਜੀਸ਼ਨ ਦੇਣੀ ਆ ਤਾਂ ਇੱਕ ਵਾਰ ਉਹਨਾਂ ਦੀ ਸੀਟ ਵਾਲਾ ਨਤੀਜਾ ਪੱਕਾ ਹੋ ਲੈਣ ਦੀ ਹੈ, ਫਾਈਨਲਾਈਜ਼ ਹੋ ਲੈਣ ਦੀ ਹੈ। ਸੋ ਵੇਖਦੇ ਹਾਂ। ਆਮ ਨਾਟ ਸੇਇੰਗ ਕਿ ਗੈਰੀ ਬੈਗ ਕੈਬਨਿਟ ਦੇ ਵਿੱਚ ਹੋਣਗੇ, ਪਰ ਆਸਾਰ ਮਜ਼ਬੂਤ ਨਜ਼ਰ ਆਉਂਦੇ ਪਏ ਨੇ। ਸੋ ਇਹ ਵੀ ਜਿਹੜਾ ਪਹਿਲੂ ਹੈ BC ਦੀ ਸਿਆਸਤ ਨਾਲ ਸੰਬੰਧਿਤ, ਇਹ ਚੱਲਦਾ ਪਿਆ। ਸੋ ਅੱਜ ਦੁਪਹਿਰ ਤੱਕ ਜਾਂ ਲੇਟ ਆਫਟਰਨੂਨ ਜੁਡੀਸ਼ੀਅਲ ਰੀਕਾਊਂਟ ਮਗਰੋਂ ਨਤੀਜੇ ਸਰਟੀਫਾਈ ਹੋਣ ਦੇ ਚਾਂਸਸ ਹੈਗੇ ਨੇ ਜੀ। ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿੱਤਣ ਮਗਰੋਂ ਜਿਹੜੇ ਵੱਖੋ ਵੱਖਰੇ ਖਦਸ਼ੇ ਜਾਗੇ ਨੇ ਇਕੋਨਮੀ ਨੂੰ ਲੈ ਕੇ, ਹੋਰ ਜੀਓਪੋਲੀਟੀਕਲ ਸਿਚੁਏਸ਼ਨਸ ਨੂੰ ਲੈ ਕੇ, ਉਹਦੇ ਵਿੱਚੋਂ ਕੈਨੇਡਾ ਵਾਸਤੇ ਇੱਕ ਇਮੀਡੀਏਟ ਕੰਸਰਨ ਇਹ ਵੀ ਬਣ ਗਿਆ ਕਿ ਡੋਨਲਡ ਟਰੰਪ ਨੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਮਾਈਗਰੈਂਟਸ ਨੂੰ ਡਿਪੋਰਟ ਕਰਨ ਦੀ ਮੁਹਿੰਮ ਵਿੱਢਣੀ ਆ, ਉਹਨਾਂ ਦੇ ਵਿੱਚੋਂ ਕਈਆਂ ਨੇ ਕੈਨੇਡਾ ਦਾ ਰੁਖ ਕਰ ਲੈਣਾ। ਸੋ ਹੁਣ ਇਹ ਗੱਲ ਕੈਨੇਡਾ ਦੀ ਸਰਕਾਰ ਨੂੰ ਆਖੀ ਜਾ ਰਹੀ ਹੈ, ਫੈਡਰਲ ਮਿਨਿਸਟਰਸ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਦੱਸੋ ਕਿ ਡੋਨਲਡ ਟਰੰਪ ਦੇ ਆਉਣ ਕਰਕੇ ਜਿਹੜੇ ਅਸਾਈਲਮ ਸੀਕਰਸ ਦੀ ਗਿਣਤੀ ਦੇ ਵਿੱਚ ਇੱਧਰ ਕੈਨੇਡਾ ਵਾਲੇ ਪਾਸੇ ਵਾਧਾ ਹੋ ਸਕਦਾ, ਉਹਦੇ ਬਾਰੇ ਕੀ ਕੀਤਾ ਜਾਏਗਾ। ਸੋ ਇਹਦੇ ਬਾਰੇ ਹੁਣ ਵੱਖੋ ਵੱਖਰੇ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆ ਰਹੀਆਂ ਨੇ। ਜਿਹੜੇ ਡੈਪਟੀ ਚੇਅਰਪਰਸਨ ਆਫ IRB ਜਿਹੜਾ ਆਪਣਾ ਇਮੀਗ੍ਰੇਸ਼ਨ ਰੈਫਿਊਜੀ ਬੋਰਡ ਆ, ਉਹਨਾਂ ਦੇ ਡੈਪਟੀ ਚੇਅਰਪਰਸਨ ਦਾ ਇਹ ਕਹਿਣਾ, ਉਹਨਾਂ ਨੇ ਹਾਊਸ ਆਫ ਕਾਮਨਸ ਦੀ ਇਮੀਗ੍ਰੇਸ਼ਨ ਕਮੇਟੀ ਨੂੰ ਕੱਲ੍ਹ ਇਹ ਗੱਲ ਆਖੀ ਆ ਕਿ ਹੁਣ ਕੈਨੇਡਾ ਦੇ ਵਿੱਚ ਰੈਫਿਊਜੀ ਕਲੇਮ ਨੂੰ ਡੀਲ ਕਰਕੇ ਬੋਰਡ ਕੋਲ ਰੈਫਰ ਕਰਨ ਦੇ ਵਿੱਚ 44 ਮਹੀਨਿਆਂ ਦਾ ਸਮਾਂ ਲੱਗਦਾ ਪਿਆ ਤੇ IRB ਦੇ ਕੋਲ ਲਗਭਗ 2.5 ਲੱਖ ਕੇਸਿਸ ਪਏ ਨੇ ਜਿਹੜੇ ਡੀਲ ਕਰਨ ਨੂੰ ਪਏ ਨੇ। ਤੇ ਜੇ ਅਮਰੀਕਾ ਵਾਲੇ ਪਾਸਿਓਂ ਹੋਰ ਅਸਾਈਲਮ ਸੀਕਰਸ ਆ ਜਾਂਦੇ ਨੇ ਤਾਂ ਗਿਣਤੀ ਕਿਤੇ ਜ਼ਿਆਦਾ ਹੋਰ ਵੱਧ ਜਾਣੀ ਹੈ। ਇਹ ਵੀ ਇਹਦੇ ਨਾਲ ਡੀਲ ਕਰਨਾ ਤਾਂ ਕਰਨਾ ਕਿਵੇਂ ਆ। RCMP ਨੇ ਵੈਸੇ ਇਹ ਕਿਹਾ ਕਿ ਕੱਲ੍ਹ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੀ ਹੁਣ ਇਹ ਪ੍ਰੈਡਿਕਸ਼ਨ ਹੋ ਰਹੀ ਹੈ ਕਿ ਇੱਕਦਮ ਮਾਈਗਰੈਂਟਸ ਦਾ ਇਨਫਲਕਸ ਹੋ ਸਕਦਾ, ਕੈਨੇਡੀਅਨ ਬਾਰਡਰ ਵੱਲ ਰੁਖ ਉਹਨਾਂ ਦਾ ਹੋ ਸਕਦਾ, ਵੀ ਅਸੀਂ ਉਹਦੇ ਵਾਸਤੇ ਸਾਡੇ ਕੋਲ ਪਲੈਨਿੰਗ ਹੈਗੀ ਹੈ, ਕਹਿੰਦੇ ਸਾਡੀ ਤਿਆਰੀ ਆ। ਉਹਨਾਂ ਦਾ ਇਹ ਕਹਿਣਾ ਕਿ ਜਿਹੜੀ 2016 ਤੋਂ ਲੈ ਕੇ 2023 ਵਿਚਕਾਰ ਜਿਸ ਤਰ੍ਹਾਂ ਦੀ ਮਾਈਗ੍ਰੇਟਰੀ ਮੂਵਮੈਂਟ ਅਸੀਂ ਵੇਖੀ ਸੀ, ਉਹਨੇ ਸਾਨੂੰ ਕਾਫੀ ਸਾਰੇ ਸਬਕ ਸਿਖਾਏ ਨੇ। ਤੁਹਾਨੂੰ ਯਾਦ ਹੋਏਗਾ ਪਿਛਲੇ ਸਾਲਾਂ ਦੇ ਵਿੱਚ ਕਿਊਬੈਕ ਦੇ ਵਿੱਚ ਜਿਹੜੀ ਰੌਕਸਮ ਰੋਡ ਵਾਲੀ ਕ੍ਰਾਸਿੰਗ ਆ, ਉਹਨੂੰ ਲੈ ਕੇ ਬੜੀ ਗੱਲ ਚੱਲੀ ਸੀ। ਵੈਸੇ ਕੈਨੇਡਾ ਤੇ ਅਮਰੀਕਾ ਦਾ ਇੱਕ ਸੇਫ ਥਰਡ ਕੰਟਰੀ ਐਗਰੀਮੈਂਟ ਐਗਜ਼ਿਸਟ ਕਰਦਾ। ਸੇਫ ਥਰਡ ਕੰਟਰੀ ਐਗਰੀਮੈਂਟ ਵੈਸੇ ਜਿਹੜਾ ਓਵਰਆਲ ਜਿਹੜਾ ਰੈਫਿਊਜੀ ਪ੍ਰੋਟੈਕਸ਼ਨ ਨੂੰ ਲੈ ਕੇ ਇਹ ਇੰਟਰਨੈਸ਼ਨਲ ਇੱਕ ਮਾਦਾ, ਉਹਦੇ ਤਹਿਤ ਕੀ ਕਿਹਾ ਜਾਂਦਾ ਵੀ ਜਿਹੜਾ ਵੀ ਕੋਈ ਵਿਅਕਤੀ ਅਸਾਈਲਮ ਸੀਕਰ ਆਉਂਦਾ, ਉਹ ਜਿਹੜੀ ਕੰਟਰੀ ਦੇ ਵਿੱਚ ਆਇਆ ਹੈ ਸਭ ਤੋਂ ਪਹਿਲਾਂ, ਉਹ ਉੱਥੇ ਹੀ ਉਸੇ ਜਿਹੜੀ ਸਭ ਤੋਂ ਪਹਿਲੀ ਸੁਰੱਖਿਅਤ ਕੰਟਰੀ ਆ, ਉਹਦੇ ਵਿੱਚ ਅਸਾਈਲਮ ਦੀ ਆਪਣੀ ਅਰਜ਼ੀ ਲਗਾਵੇ। ਸੋ ਉਹਨੂੰ ਸੇਫ ਥਰਡ ਕੰਟਰੀ ਕਿਉਂ ਕਿਹਾ ਜਾਂਦਾ? ਮਤਲਬ ਇਹ ਇੱਕ ਤਾਂ ਉਹ ਮੁਲਕ ਜਿੱਥੋਂ ਤੁਸੀਂ ਆਏ, ਇੱਕ ਉਹ ਮੁਲਕ ਜਿੱਥੇ ਤੁਸੀਂ ਪਹਿਲਾਂ ਮੇਬੀ ਦਾਖਲ ਹੋ ਗਏ, ਫਿਰ ਇੱਕ ਮੁਲਕ ਉਹ ਜਿੱਥੇ ਤੁਸੀਂ ਅਰਜ਼ੀ ਹੁਣ ਅਸਾਈਲਮ ਦੀ ਲਗਾ ਰਹੇ ਹੋ। ਸੋ ਐਗਜ਼ਾਮਪਲ, ਜੇ ਮੰਨ ਲਓ ਕੋਈ ਵਿਅਕਤੀ ਹੇਤੀ ਤੋਂ ਆਉਂਦਾ, ਹੇਤੀ ਤੋਂ ਉਹ ਪਹਿਲਾਂ ਅਮਰੀਕਾ ਦਾਖਲ ਹੋਇਆ, ਫਿਰ ਉਹ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਦਾਖਲ ਹੋ ਕੇ ਇੱਥੇ ਅਸਾਈਲਮ ਦੀ ਅਰਜ਼ੀ ਲਗਾਉਣਾ ਚਾਹੁੰਦਾ, ਤਾਂ ਉਸ ਵਿਅਕਤੀ ਦੀ ਫਰਸਟ ਕੰਟਰੀ ਤੇ ਹੋ ਗਈ ਹੇਤੀ, ਸੈਕਿੰਡ ਕੰਟਰੀ ਜਿਹਨੂੰ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਫਰਸਟ ਕੰਟਰੀ ਹੇਤੀ ਹੋ ਗਈ, ਸੈਕਿੰਡ ਕੰਟਰੀ ਹੋ ਗਈ ਕੈਨੇਡਾ ਜਿੱਥੇ ਉਹ ਅਸਾਈਲਮ ਦੀ ਅਰਜ਼ੀ ਲਗਾ ਰਿਹਾ। ਸੇਫ ਥਰਡ ਕੰਟਰੀ ਐਗਰੀਮੈਂਟ ਇਹ ਕਹਿੰਦਾ ਵੀ ਜਿਹੜਾ ਤੀਜਾ ਮੁਲਕ ਜਿੱਥੋਂ ਤੁਸੀਂ ਹੁਣ ਆ ਰਹੇ ਹੋ ਸਾਡੇ ਕੋਲ, ਉਹ ਆਲਰੇਡੀ ਤੁਹਾਡੇ ਵਾਸਤੇ ਸੇਫ ਮੁਲਕ ਹੈਗਾ, ਤੁਸੀਂ ਉੱਥੇ ਅਰਜ਼ੀ ਲਗਾਓ। ਜਿਹੜਾ ਇਹ ਸੇਫ ਥਰਡ ਕੰਟਰੀ ਐਗਰੀਮੈਂਟ ਸੀ ਪਹਿਲਾਂ ਸਿਰਫ ਤੇ ਸਿਰਫ ਕੈਨੇਡਾ ਤੇ US ਦੀਆਂ ਜਿਹੜੀਆਂ ਆਫੀਸ਼ੀਅਲ ਬਾਰਡਰ ਕ੍ਰਾਸਿੰਗ ਸੀਗੀਆਂ ਉਹਨਾਂ ਦੇ ਉੱਪਰ ਹੀ ਲਾਗੂ ਹੁੰਦਾ ਸੀ। ਇਸੇ ਕਰਕੇ ਜਿਹੜਾ ਰੌਕਸਮ ਰੋਡ ਵਾਲਾ ਲੂਪ ਹੋਲ ਸੀ, ਉਸ ਲੂਪ ਹੋਲ ਨੂੰ ਐਕਸਪਲੋਇਟ ਕੀਤਾ ਜਾਂਦਾ ਰਿਹਾ। ਪਰ ਫਿਰ ਪਿਛਲੇ ਸਾਲ ਇਸ ਲੂਪ ਹੋਲ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਹੜਾ ਸੇਫ ਥਰਡ ਕੰਟਰੀ ਐਗਰੀਮੈਂਟ ਵਾਲਾ ਪ੍ਰੋਵੀਜ਼ਨ ਹੈ, ਉਹ ਹੁਣ ਅਕ੍ਰੋਸ ਦ ਬਾਰਡਰ, ਜਿਹੜਾ US ਤੇ ਕੈਨੇਡਾ ਦਾ ਇੰਨਾ ਵਿਸਥਾਰਤ ਬਾਰਡਰ ਆ, ਉਹ ਸਾਰੇ ਦੇ ਸਾਰੇ ਉੱਪਰ ਸੇਫ ਥਰਡ ਕੰਟਰੀ ਐਗਰੀਮੈਂਟ ਦੀ ਜਿਹੜੀ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਲਾਗੂ ਹੁੰਦੀਆਂ ਨੇ। ਪਹਿਲਾਂ ਇਹ ਰੂਲਸ ਐਂਡ ਰੈਗੂਲੇਸ਼ਨਸ ਸਿਰਫ ਆਫੀਸ਼ੀਅਲ ਪੋਰਟਸ ਆਫ ਐਂਟਰੀ ਤੇ ਹੀ ਲਾਗੂ ਹੁੰਦੀਆਂ ਸੀ।
ਸੋ ਮੰਨ ਲਓ ਜੇ ਕੋਈ ਅਮਰੀਕਾ ਵਾਲੇ ਪਾਸਿਓਂ ਪੈਦਲ ਤੁਰਿਆ ਆਉਂਦਾ ਇੱਥੇ ਪੀਸ ਆਰਚ ਬਾਰਡਰ ਤੇ ਕਹਿੰਦਾ, ਇੱਥੇ ਆਪਣੇ ਸਰੀ ਦੇ ਜਾਂ ਜਿਹੜਾ ਵੀ ਹੋਰ ਇੱਥੇ BC 'ਚ ਬਾਰਡਰ ਨੇ, ਪੀਸ ਆਰਚ ਬਾਰਡਰ ਤੇ ਆ ਕੇ ਕਹਿੰਦਾ ਕਿ ਜੀ ਮੈਂ ਅਸਾਈਲਮ ਦੀ ਅਰਜ਼ੀ ਲਾਉਣੀ ਆ, ਤਾਂ ਇੱਥੇ ਤਾਂ ਕਿਹਾ ਜਾ ਸਕਦਾ ਸੀ ਕਿ ਨਹੀਂ ਤੁਸੀਂ ਅਮਰੀਕਾ ਤੋਂ ਆ ਰਹੇ ਹੋ ਤੇ ਤੁਸੀਂ ਆਲਰੇਡੀ ਉੱਥੇ ਅਪਲਾਈ ਕਰੋ, ਉਹ ਆਫੀਸ਼ੀਅਲ ਪੁਆਇੰਟ ਆਫ ਐਂਟਰੀ ਸੀ। ਪਰ ਜੇ ਕੋਈ ਇੱਦਾਂ ਹੀ ਤੁਰਿਆ ਆਉਂਦਾ ਜ਼ੀਰੋ ਐਵਨਿਊ ਦੇ ਜੰਗਲਾਂ ਦੇ ਵਿੱਚੋਂ ਜਾਂ ਖੇਤਾਂ ਦੇ ਵਿੱਚੋਂ ਇੱਧਰ ਕੈਨੇਡਾ ਵਾਲੇ ਪਾਸੇ ਆ ਜਾਵੇ ਤੇ ਫਿਰ ਉਹ ਕਹੇ ਜੀ ਕਿ ਮੈਂ ਅਰਜ਼ੀ ਲਗਾਉਣੀ ਆ, ਤੇ ਫਿਰ ਜੇ ਉੱਥੇ ਉਹਨੂੰ ਰੋਕ ਲਿਆ ਜਾਂਦਾ ਤਾਂ ਫਿਰ ਉੱਥੇ ਨਹੀਂ ਸੀ ਕਿਹਾ ਜਾ ਸਕਦਾ ਕਿ ਜੀ ਤੁਸੀਂ ਸੇਫ ਥਰਡ ਕੰਟਰੀ ਅਗਰੀਮੈਂਟ ਤਹਿਤ ਅਮਰੀਕਾ 'ਚ ਅਰਜ਼ੀ ਲਗਾਓ। ਸੋ ਇਹ ਜਿਹੜੀ ਇਹ ਤਬਦੀਲੀ ਕਰ ਦਿੱਤੀ ਗਈ ਸੀ ਅਕ੍ਰੋਸ ਦ ਬਾਰਡਰ। ਪਰ ਸਮੱਸਿਆ ਇਹ ਆ ਕਿ ਜਦੋਂ ਕੋਈ ਵਿਅਕਤੀ ਕੈਨੇਡਾ ਦੇ ਵਿੱਚ ਦਾਖਲ ਹੋ ਗਿਆ, ਜਦੋਂ ਇੱਥੇ ਆ ਗਿਆ, ਉਸ ਤੋਂ ਬਾਅਦ ਫਿਰ ਉਹਨੂੰ ਵਾਪਸ ਭੇਜਣਾ ਤੇ ਜਿਹੜਾ ਉਹ ਪੂਰਾ ਪ੍ਰੋਸੈਸ ਹੈ ਜਦੋਂ ਉਹਨੇ ਉਹਦੇ ਵਿੱਚੋਂ ਨਿਕਲ ਲਿਆ, ਦੈਟ ਇਜ਼ ਗੋਇੰਗ ਟੂ ਬੀ ਕੁਆਇਟ ਡਿਫਿਕਲਟ। ਸੋ ਇਸ ਕਰਕੇ ਹੁਣ ਅਮਰੀਕਾ ਦੇ ਵਿੱਚ ਤਕਰੀਬਨ 11 ਮਿਲੀਅਨ ਅਨਡਾਕੂਮੈਂਟਡ ਵਰਕਰਸ ਨੇ ਤੇ ਉਹਨਾਂ ਦੇ ਵਿੱਚੋਂ ਕਿੰਨੇ ਅਜਿਹੇ ਹੋਣਗੇ ਜਿਹੜੇ ਕੈਨੇਡਾ ਆਉਣ ਵੱਲ ਰੁਖ ਕਰ ਸਕਦੇ ਨੇ, ਜਿਨ੍ਹਾਂ ਦਾ ਇਹ ਵਿਚਾਰ ਹੋ ਸਕਦਾ ਕਿ ਡੋਨਲਡ ਟਰੰਪ ਨੇ ਤੇ ਸਾਨੂੰ ਕੱਢਣਾ ਹੀ ਕੱਢਣਾ ਇੱਥੋਂ ਤੇ ਅਸੀਂ ਕੈਨੇਡਾ ਵੱਲ ਰੁਖ ਕਰ ਲਈਏ। ਸੋ ਇਹ ਵੀ ਦੇਖਣਾ ਹੋਏਗਾ ਆਉਂਦੇ ਸਮੇਂ ਦੇ ਵਿੱਚ ਸਰਕਾਰ ਕਿਵੇਂ ਇਹਦੇ ਨਾਲ ਡੀਲ ਕਰਦੀ ਆ, ਕਿਵੇਂ ਇਸ ਚੁਣੌਤੀ ਨੂੰ ਟੈਕਲ ਕਰਦੀ ਆ। ਵੈਸੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਮਾਰਕ ਮਿਲਰ, ਉਹਨਾਂ ਦਾ ਇਹ ਕਹਿਣਾ, ਕਹਿੰਦੇ ਵੀ ਇਸ ਚੀਜ਼ ਨੂੰ ਜ਼ਿਆਦਾ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ, ਕਹਿੰਦੇ ਇੰਨੇ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਆ, ਕਹਿੰਦੇ ਅਸੀਂ ਬਾਰਡਰ ਨੂੰ ਹਮੇਸ਼ਾ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੈ। ਸੋ ਇਹ ਮਾਰਕ ਮਿਲਰ ਇਮੀਗ੍ਰੇਸ਼ਨ ਮਿਨਿਸਟਰ ਦਾ ਕਹਿਣਾ, ਤੇ ਉਹਨਾਂ ਦਾ ਕਹਿਣਾ ਵੀ ਵਿਲ ਕੰਟੀਨਿਊ ਟੂ ਮੈਨੇਜ ਇਟ, ਉਸ ਹਿਸਾਬ ਨਾਲ ਅਸੀਂ ਵਧੀਆ ਇਹਦੀ ਮੈਨੇਜਮੈਂਟ ਕਰਦੇ ਰਹਾਂਗੇ। ਤੇ ਅੱਛਾ, ਜਿਹੜੇ NDP ਦੇ ਇਮੀਗ੍ਰੇਸ਼ਨ ਕ੍ਰਿਟਿਕ ਨੇ ਜੈਨੀ ਕੁਆਨ, ਉਹਨਾਂ ਨੇ ਇੱਕ ਹੋਰ ਗੱਲ ਆਖੀ ਆ। ਉਹਨਾਂ ਨੇ ਕਿਹਾ ਵੀ ਜਦੋਂ ਹੁਣ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਹੁਣ ਐਡਮਿਨਿਸਟ੍ਰੇਸ਼ਨ ਸੰਭਾਲ ਲੈਣੀ ਆ, ਕੀ ਸਾਨੂੰ ਅਮਰੀਕਾ ਨੂੰ ਸੇਫ ਥਰਡ ਕੰਟਰੀ ਮੰਨਣਾ ਵੀ ਚਾਹੀਦਾ ਕਿ ਨਹੀਂ? ਹੁਣ ਵੀ ਇਜ਼ ਇਟ ਈਵਨ ਵੈਲਿਡ, ਇਜ਼ ਇਟ ਈਵਨ ਜਸਟੀਫਾਈਡ ਟੂ ਸੇ that US is a safe third country for migrants? ਕਿਉਂਕਿ ਡੋਨਲਡ ਟਰੰਪ ਨੇ ਤੇ ਉਹਨਾਂ ਵਾਸਤੇ ਅਜਿਹੇ ਹਾਲਾਤ ਪੈਦਾ ਕਰ ਦੇਣੇ ਨੇ ਜਿਹੜੇ ਉਹਨਾਂ ਵਾਸਤੇ ਸੁਰੱਖਿਅਤ ਨਹੀਂ ਹੋਣਗੇ। ਸੋ ਇਹ ਵੀ ਜਿਹੜਾ ਇੱਕ ਪਹਿਲੂ ਹੈ ਨਾਲ ਦੀ ਨਾਲ ਇਹਦੇ ਪੈਰਲਲ ਚੱਲਦਾ ਪਿਆ। ਇੱਕ ਨਾ ਹੋਰ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ ਸਾਡੇ ਸੁਣਨ ਵਾਲੇ ਇਮੀਗ੍ਰੇਸ਼ਨ ਦੀ ਫੀਲਡ ਨਾਲ ਸੰਬੰਧਿਤ ਨੇ ਗਾਂਧੀ ਸਾਹਿਬ। ਉਹਨਾਂ ਦਾ ਮੈਸੇਜ ਆਇਆ ਕਿ ਇੱਕ ਸਪਾਊਸਿਸ ਔਰ ਕਾਮਨ ਲਾਅ ਪਾਰਟਨਰਸ ਆਫ FMCSP, so FMCSP ਕੀ ਹੈ? Francophone Minority Communities Student Pilot. Eligible students will be able to apply for an open work permit. ਅੱਛਾ, ਸੋ ਜਿਹੜੇ ਫਰੈਂਚ ਸਪੀਕਿੰਗ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਕਿ ਪੋਸਟ ਸੈਕੰਡਰੀ ਪੜ੍ਹਾਈ ਕਰ ਰਹੇ ਨੇ ਫਰੈਂਚ ਦੇ ਵਿੱਚ, ਉਹ ਵੀ ਇੱਥੇ ਕੈਨੇਡਾ 'ਚ ਐਟ ਪਾਰਟੀਸਿਪੇਟਿੰਗ ਡੈਜ਼ਿਗਨੇਟਿਡ ਇੰਸਟੀਟਿਊਸ਼ਨਸ ਲੋਕੇਟਿਡ ਆਊਟਸਾਈਡ ਆਫ ਕਿਊਬੈਕ। ਸੋ 2-3 ਚੀਜ਼ਾਂ ਨੇ ਇਹਦੇ ਵਿੱਚ ਜਿਹੜੀਆਂ, ਇੱਕ ਤੇ ਕਿਊਬੈਕ ਤੋਂ ਬਾਹਰ ਜੇ ਤੁਸੀਂ ਕਿਸੇ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਦੇ ਵਿੱਚ ਫਰੈਂਚ ਦੇ ਵਿੱਚ ਪੜ੍ਹਾਈ ਕਰ ਰਹੇ ਹੋ, ਪੋਸਟ ਸੈਕੰਡਰੀ ਦੀ ਪੜ੍ਹਾਈ ਕਰ ਰਹੇ ਹੋ, ਉਹਨਾਂ ਦੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੇ ਸਪਾਊਸਿਸ ਹੋਣਗੇ, ਉਹਨਾਂ ਵਾਸਤੇ ਓਪਨ ਵਰਕ ਪਰਮਿਟ ਦੀ ਐਲੀਜੀਬਿਲਿਟੀ ਦੀ ਅਨਾਊਂਸਮੈਂਟ ਕੀਤੀ ਗਈ ਹੈ। ਬਹੁਤ ਮਿਹਰਬਾਨੀ, ਥੈਂਕ ਯੂ ਜੀ ਇਹ ਜਾਣਕਾਰੀ ਸਾਂਝੀ ਕਰਨ ਲਈ।